ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਵੱਲੋਂ ਜਿੰਨੇ ਵੀ ਵਿਦਿਆਰਥੀ ਸੰਗਤ ਮਾਪੇ ਜੁੜੇ ਹਨ ਉਹਨਾਂ ਸਾਰਿਆਂ ਦਾ ਸਵਾਗਤ ਹੈ ਜੀ। ਆਓ ਆਪਾਂ ਅੱਜ ਦੇ ਕੈਂਪ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਰੇ ਆਪਾਂ ਘਰਾਂ ਦੇ ਵਿੱਚ ਬੈਠੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨਾ ਕਰਦੇ ਹਾਂ ਤੇ ਜਿਹੜੀ ਇਹ ਸੇਵਾ ਜਾਪਦੀ ਸੇਵਾ ਹੈ ਉਹ ਬੇਟੀ ਸ਼ਰਨਪ੍ਰੀਤ ਕੌਰ ਜੀ ਲੈ ਰਹੇ ਨੇ ਗੁਰਦਾਸਪੁਰ ਤੋਂ 9871 EPP ਨੰਬਰ 9871। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਸ਼ੁਰੂ ਕਰੋ। मेरी आवाज आ रही है? ਹਾਂਜੀ ਹਾਂਜੀ ਆ ਰਹੀ ਹੈ। ओंकार नाम पुरख निर्वैर अकाल मूरत अजूनी सैभं गुर प्रसाद एक ओंकार सतनाम करता पुरख निर्वैर अकाल मूरत अजूनी सैभं गुर प्रसाद एक ओंकार सतनाम करता पुरख निर्वैर अकाल मूरत अजूनी सैभं गुर प्रसाद एक ओंकार सतनाम करता पुरख निर्वैर अकाल मूरत अजूनी सैभं प्रसाद एक ओंकार सतनाम करता पुरख निर्वैर अकाल मूरत अजूनी सैभं गुर प्रसाद। वाहिगुरु 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 जी का ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਬੇਟੀ ਦਾ। ਬੇਟਾ ਇੱਕ ਗੱਲ ਨੋਟ ਕਰੋ ਕਿ ਅਜੂਨੀ ਸੈਭੰ ਅਲੱਗ-ਅਲੱਗ ਨੇ ਦੋ ਸ਼ਬਦ। ਅਜੂਨੀ ਸੈਭੰ ਇਕੱਠਾ ਨਹੀਂ ਬੋਲਣਾ, ਅਜੂਨੀ ਸੈਭੰ ਅੱਗੇ ਤੋਂ ਧਿਆਨ ਰੱਖਣਾ ਜੀ। ਹੁਣ ਆਪਾਂ ਨੂੰ ਕੀਰਤਨ ਸੁਣਾਉਣਗੇ ਜੀ ਬੇਟਾ ਤਰਨਜੀਤ ਸਿੰਘ 8039 ਤੇ ਮਨਜਿੰਦਰ ਸਿੰਘ 12457 ਜ਼ੋਨ ਸ਼ੇਰਪੁਰ ਤੋਂ ਜੀ ਕੀਰਤਨ ਦੀ ਸੇਵਾ ਲੈ ਰਹੇ ਨੇ। ਹਾਂਜੀ ਬੇਟਾ ਜੀ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗ ਤੇ ਜਲੰਦਾ ਰੱਖ ਲੈ 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 ਆਪਣੀ ਕਿਰਪਾ ਆਪਣੀ ਕਿਰਪਾ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ
ਕੀਤੇ ਜਗ ਤੇ ਜਲੰਧਰ ਰੱਖ ਲੈ ਜਗ ਤੇ ਜਲੰਧਰ ਜਗ ਤੇ ਜਲੰਧਰ ਰੱਖ ਲੈ ਜਗ ਤੇ ਜਲੰਧਰ सतगुर सुख मिखालिया सतगुर सुख मिखालिया सच्चा शब्द यारे सच्चा शब्द यारे सच्चा शब्द विचारे सच्चा शब्द विचारे जगत जलंधर रख ले जगत जलंधर जगत जलंधर रख ले जगत जलंधर नानक आवेरे न सूझे नानक आवेरे न सूझे हर बिन बख्शन हारे हर बिन बख्शन हारे हर बिन बख्शन हारे हर बिन बख्शन हारे जगत जलंधर रख ले जगत जलंधर जगत जलंधर रख ले जगत जलंधर अपनी कृपा अपनी कृपा अपनी कृपा अपनी कृपा जगत जलंधर रख ले जगत जलंधर जगत जलंधर जगत जलंधर जगत जलंधर रख ले वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰੀ ਆਵਾਜ਼ ਦੇ ਵਿੱਚ ਬੱਚਿਆਂ ਨੇ ਕੀਰਤਨ ਸਰਵਣ ਕਰਵਾਇਆ, ਸੋ ਬਹੁਤ ਬਹੁਤ ਧੰਨਵਾਦ। ਬੱਚਿਆਂ ਨੇ ਕੀਰਤਨ ਦੀ ਸੇਵਾ ਨਿਭਾਈ ਹੈ। ਤੇ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤ ਲਿਹੁ ਅਵਾਰ। ਹੇ ਵਾਹਿਗੁਰੂ ਜੀ, ਅਰਦਾਸ ਬੇਨਤੀ ਜੋ ਜਿਹੜੀ ਸਿਖਾ ਰਹੇ ਨੇ ਤੀਜੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ। ਹੇ ਵਾਹਿਗੁਰੂ ਜੀ, ਜਿਸ ਤਰ੍ਹਾਂ ਵੀ ਹੋਵੇ ਸੰਸਾਰ ਨੂੰ ਬਚਾ ਲੈ, ਵਿਕਾਰਾਂ ਤੋਂ ਬਚਾ ਲੈ। ਤੁਸੀਂ ਹੀ
ਇਹ ਸਭ ਕੁਝ ਕਰ ਸਕਣ ਦੇ ਸਮਰੱਥ ਹੋ। ਆਪਾਂ ਵੀ ਅਰਦਾਸ ਬੇਨਤੀ ਜੋਦੜੀ ਕਰੀਏ। ਸਾਰੇ ਵਾਹਿਗੁਰੂ ਜੀਓ ਸਾਨੂੰ ਇਸ ਸੰਸਾਰ ਦੇ ਵਿੱਚ ਵਿਕਾਰਾਂ ਦੇ ਵਿੱਚ ਫਸਿਆਂ ਨੂੰ ਬਚਾ ਲੈ, ਰੱਖ ਲੈ। ਜਿਵੇਂ ਵੀ ਤੂੰ ਰੱਖ ਸਕਦਾ ਹੈ ਉਸੇ ਤਰ੍ਹਾਂ ਸਾਨੂੰ ਰੱਖ ਲੈ। ਸੋ ਹੁਣ ਆਪਾਂ ਅੱਜ ਦੇ ਕੈਂਪ ਦੇ ਵਿੱਚ ਪਹਿਲਾ ਸੈਸ਼ਨ ਲਵਾਂਗੇ ਜੀ। ਬੇਟੀ ਬਲਜੀਤ ਕੌਰ ਜੀ ਜਿਹਦਾ EPP ਨੰਬਰ ਹੈ 15776, ਜ਼ੋਨ ਪਟਿਆਲਾ, ਜਿਸ ਦਾ ਵਿਸ਼ਾ ਹੈ ਸਿੱਖ ਬੀਬੀਆਂ। ਬਲਜੀਤ ਕੌਰ ਜੀ ਜਿਸ ਦਾ ਵਿਸ਼ਾ ਹੈ ਸਿੱਖ ਬੀਬੀਆਂ, 15776, ਜ਼ੋਨ ਪਟਿਆਲਾ। ਆਪਣਾ ਹੈਂਡ ਰੇਜ਼ ਕਰੋ, ਆਪਣੀ ਵੀਡੀਓ ਔਨ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, my name is Baljit Kaur and my EPP number is 15776 and my topic is ਸਿੱਖ ਬੀਬੀਆਂ। ਤੇ ਸਟਾਰਟ ਕਰਾਂ ਜੀ? ਹਾਂਜੀ ਹਾਂਜੀ ਬੇਟਾ। ਹਾਂਜੀ ਪਿਆਰਿਓ, ਆਪਾਂ ਸਭ ਨੂੰ ਹਨਾ ਇਹ ਗੱਲ ਭਲੀ ਭਾਂਤੀ ਪਤਾ ਹੈ ਹਨਾ ਕਿ ਜਿਹੜਾ ਆਪਣਾ ਇਤਿਹਾਸ ਹੈ ਹਨਾ, ਜਿਹੜਾ ਆਪਣਾ ਸਿੱਖ ਇਤਿਹਾਸ ਹੈ, ਮਤਲਬ ਬਹੁਤ ਹੀ ਕੁਰਬਾਨੀਆਂ ਭਰੀਆਂ, ਸ਼ਹਾਦਤਾਂ ਭਰਿਆ, ਬਹੁਤ ਕਠਿਨਾਈਆਂ ਭਰਿਆ ਰਿਹਾ ਹੈ ਹਨਾ। ਮਤਲਬ ਬਹੁਤ ਆਪਣੇ ਜਿਹੜੇ ਪੂਰਵਜ ਨੇ ਹਨਾ, ਬਹੁਤ ਹੀ ਕਠਿਨਾਈਆਂ ਆਈਆਂ ਨੇ। ਪਰ ਆਪਾਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ, ਆਪਾਂ ਕੀ ਕਹਿੰਦੇ ਹਾਂ ਕਿ ਹਨਾ ਸਾਡੇ ਪੂਰਵਜ ਨੇ ਹਨਾ ਬਹੁਤ ਹੀ ਮਤਲਬ ਉਹਨਾਂ ਤੇ ਉਹ ਕਦੀ ਘਬਰਾਏ ਨਹੀਂ ਹਨਾ। ਤੇ ਆਪਾਂ ਬੜੇ ਮਾਣ ਨਾਲ ਕਹਿੰਦੇ ਹਾਂ ਹਨਾ, ਵੀ ਫੀਲ ਵੈਰੀ ਪ੍ਰਾਊਡ ਹਨਾ। ਹਾਂਜੀ, ਆਪਾਂ ਨੂੰ ਪ੍ਰਾਊਡ ਹੋਣਾ ਚਾਹੀਦਾ, ਬਟ ਆਪਾਂ ਸਿਰਫ ਪ੍ਰਾਊਡ ਹੀ ਨਹੀਂ ਕਰਨਾ, ਉਹਨਾਂ ਵਾਂਗੂ ਬਣਨਾ ਹੈ। ਆਪਾਂ ਜਿਹੜੇ ਪੂਰਨੇ ਪਾ ਕੇ ਗਏ ਨੇ ਉਹਨਾਂ ਤੇ ਅਮਲ ਵੀ ਕਰਨਾ ਹੈ। ਆਪਾਂ ਸਿਰਫ ਇਹ ਨਹੀਂ ਕਿ ਆਪਾਂ ਇਤਿਹਾਸ ਪੜ੍ਹ ਲਿਆ, ਹਾਂਜੀ ਅੱਗੇ ਦੱਸਤਾ ਤੇ ਬਸ ਇਹ ਇੱਥੇ ਗੱਲ ਮੁੱਕ ਗਈ, ਨਹੀਂ। ਆਪਾਂ ਇਤਿਹਾਸ ਜਾਣਨਾ ਵੀ ਹੈ ਤੇ ਉਹ ਤੇ ਅਮਲ ਵੀ ਕਰਨਾ ਹੈ, ਉਹਨੂੰ ਅਮਲ 'ਚ ਵੀ ਲਿਆਉਣਾ ਹੈ। ਤਾਂ ਹੀ, ਨਹੀਂ ਤਾਂ ਜਿਹੜੇ ਮਤਲਬ ਦੇਖੋ ਸ਼ਹਾਦਤਾਂ ਦੇ ਕੇ ਗਏ ਨੇ ਹਨਾ, ਉਹ ਤਾਂ ਇਹੀ ਸੋਚ ਕੇ ਦੇ ਕੇ ਗਏ ਨੇ ਕਿ ਜਿਹੜੀ ਸਾਡੀ ਨੈਕਸਟ ਜਨਰੇਸ਼ਨਸ ਹੋਣਗੀਆਂ ਹਨਾ, ਅਗਲੀਆਂ ਸਾਡੀ ਪੀੜ੍ਹੀਆਂ ਹੋਣਗੀਆਂ ਹਨਾ, ਕਿ ਉਹ ਵੀ ਇਸ ਰਸਤੇ ਤੇ ਚੱਲ ਕੇ ਆਪਣਾ ਜੀਵਨ ਕਰਨਗੀਆਂ ਹਨਾ। ਤੇ ਆਪਾਂ ਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ, ਠੀਕ ਹੈ। ਤੇ ਆਪਾਂ ਗੱਲ ਕਰ ਰਹੇ ਸੀ ਸਿੱਖ ਬੀਬੀਆਂ ਬਾਰੇ ਹਨਾ। ਦੇਖੋ ਪਿਆਰਿਓ, ਇਹ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਹੜੀ ਇਸਤਰੀ ਹੈ ਹਨਾ, ਕਦੀ ਕਿਸੇ ਖੇਤਰ ਵਿੱਚ, ਕਿਸੇ ਫੀਲਡ ਵਿੱਚ ਕਦੀ ਪਿੱਛੇ ਨਹੀਂ ਰਹੀ, ਹਮੇਸ਼ਾ ਮਰਦ ਦੇ ਨਾਲ ਕਦਮ ਚਲਾ ਕੇ ਚੱਲੀ ਹੈ, ਕਦੀ ਪਿੱਛੇ ਨਹੀਂ ਰਹੀ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਤਾ ਸਾਹਿਬ ਕੌਰ ਜੀ। ਮੈਂ ਮਾਤਾ ਜੀ ਤੋਂ ਇਸ ਕਰਕੇ ਸਟਾਰਟ ਕੀਤੀ, ਜਿਹੜੀ ਆਪਣੇ ਜੀਵਨ ਵਿੱਚ ਮਾਤਾ ਦਾ ਦਰਜਾ ਬਹੁਤ ਉੱਚਾ ਹੁੰਦਾ ਹੈ ਨਾ। ਨਾਲੇ ਇੱਕ ਇਨਸਾਨ ਹਨਾ, ਉਹਦੀ ਲਾਈਫ 'ਚ ਸਭ ਤੋਂ ਪਹਿਲੀ ਔਰਤ ਮਾਤਾ ਹੀ ਹੁੰਦੀ ਹੈ। ਸੋ ਆਪਾਂ ਨੂੰ ਇਹ ਗੱਲ ਭਲੀ ਭਾਂਤੀ ਪਤਾ ਹੈ ਕਿ ਆਪਣੇ ਜਿਹੜੇ ਮਾਤਾ ਜੀ ਨੇ ਹਨਾ, ਮਾਤਾ ਸਾਹਿਬ ਕੌਰ ਜੀ ਨੇ, ਤੇ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਨਾ। ਮਾਤਾ ਸਾਹਿਬ ਕੌਰ ਜੀ ਦੇਖੋ ਕਿੰਨਾ ਸਬਰ ਵਾਲਾ ਉਹਦਾ ਜੀਵਨ ਸੀ। ਜੇ ਉਹਨਾਂ ਦੇ ਜੀਵਨ ਬਾਰੇ ਆਪਾਂ ਵਿਚਾਰ ਕਰੀਏ ਹਨਾ, ਦੇਖੋ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਸਾਡੇ ਜਿਹੜੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਹਨਾ, ਕਿ ਉਹਨਾਂ ਨੇ ਸਰਬੰਸ ਵਾਰਿਆ ਸਾਡੇ ਵਾਸਤੇ, ਬਹੁਤ ਕੁਰਬਾਨੀਆਂ ਦਿੱਤੀਆਂ ਹਨਾ। ਤੇ ਪਰ ਪਿਆਰਿਓ, ਜਿੱਥੇ ਇਹ ਗੱਲ ਸੱਚ ਹੈ, ਹਾਂਜੀ ਉਹਨਾਂ ਨੇ ਸਰਬੰਸ ਵਾਰਿਆ, ਪਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ, ਉੱਥੇ ਮਾਤਾ ਸਾਹਿਬ ਕੌਰ ਜੀ ਨੇ ਵੀ ਆਪਣੇ 4 ਪੁੱਤਰ ਵਾਰੇ ਨੇ, ਆਪਣਾ ਪਤੀ ਵਾਰਿਆ, ਆਪਣਾ ਸਾਰਾ ਪਰਿਵਾਰ ਵਾਰਿਆ, ਉਹਨਾਂ ਨੇ ਵੀ ਸਾਰਾ ਸਰਬੰਸ ਵਾਰਿਆ ਉਹਨਾਂ ਨੇ ਵੀ। ਸੋ ਉਹਨਾਂ ਨੂੰ ਵੀ ਆਪਾਂ ਨੂੰ ਯਾਦ ਕਰਨਾ ਚਾਹੀਦਾ। ਉਹਨਾਂ ਦੇ ਲਾਈਫ, ਆਪਾਂ ਜਿੱਥੇ ਆਪਾਂ ਗੁਰੂਆਂ ਦੀ ਲਾਈਫ ਪੜ੍ਹਦੇ ਹਾਂ, ਉਹਨਾਂ ਨਾਲ ਜਿਹੜੀਆਂ ਰਿਲੇਟਿਡ ਜਿਹੜੀਆਂ ਇਸਤਰੀਆਂ ਨੇ, ਉਹਨਾਂ ਦੀਆਂ ਵਾਈਫਸ, ਸਿਸਟਰਸ, ਸਾਰੀਆਂ ਬਾਰੇ ਆਪਾਂ ਨੂੰ ਉਹਨਾਂ ਬਾਰੇ ਵੀ ਪੜ੍ਹਨਾ ਚਾਹੀਦਾ ਹੈ, ਠੀਕ ਹੈ। ਮਾਤਾ ਸਾਹਿਬ ਕੌਰ ਜੀ ਬਾਰੇ ਦੇਖੋ ਹੁਣ ਕਿੰਨਾ ਉਹਨਾਂ ਦੀ ਲਾਈਫ ਦੇਖੋ, ਜੇ ਪੜ੍ਹਾਂਗੇ ਕਿੰਨਾ ਸਬਰ ਸੀ ਉਹਨਾਂ ਦੀ, ਕਿੰਨਾ ਸਬਰ ਸੰਤੋਖ ਸੀ ਉਹਨਾਂ ਦੀ ਲਾਈਫ ਵਿੱਚ ਹਨਾ। ਦੇਖੋ ਸਾਰਾ ਪਰਿਵਾਰ ਵਾਰਿਆ, ਪਰ ਕਦੀ ਵੀ ਉਹਨਾਂ ਨੇ ਕਦੀ ਵੀ ਸ਼ਿਕਾਇਤ ਨਹੀਂ ਸੀ ਕੀਤੀ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ। ਤੇ ਦੇਖੋ ਹੁਣ ਆਪਾਂ ਉਹਨਾਂ ਦੀ ਲਾਈਫ ਬਾਰੇ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। ਮਾਤਾ ਸਾਹਿਬ ਕੌਰ ਜੀ ਦਾ ਜਨਮ ਹੁੰਦਾ ਹੈ ਪਿੰਡ ਰਵਿਦਾਸ ਵਿਖੇ ਤੇ ਜ਼ਿਲ੍ਹਾ ਜੇਹਲਮ ਵਿਖੇ 1681 ਈਸਵੀ ਵਿੱਚ। ਤੇ ਉਹਨਾਂ ਦੇ ਪਿਤਾ ਦਾ ਨਾਮ ਭਾਈ ਰਾਮ ਜੀ, ਮਾਤਾ ਜਸ ਦੇਵੀ ਜੀ। ਤੇ ਬਚਪਨ ਤੋਂ ਹੀ ਮਾਤਾ ਜੀ ਦਾ ਜਿਹੜਾ ਸੁਭਾਅ ਸੀ ਨਿਮਰਤਾ ਵਾਲਾ, ਤੇ ਮਤਲਬ ਮਿੱਠਾ ਬੋਲੜੇ ਸੀਗੇ ਬਚਪਨ ਤੋਂ ਹੀ। ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਨਾ, ਉੱਥੇ ਮਤਲਬ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਧਰਤੀ ਨੂੰ ਭਾਗ ਲਾ ਚੁੱਕੇ ਸੀਗੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਤੇ
ਸਾਰੀਆਂ ਸੰਗਤਾਂ ਵੀ ਮਤਲਬ ਕਾਫੀ ਜ਼ਿਆਦਾ ਗੁਰੂ ਘਰ ਨਾਲ ਜੁੜ ਚੁੱਕੀਆਂ ਸੀਗੀਆਂ ਤੇ ਮਾਤਾ ਸਾਹਿਬ ਕੌਰ ਜੀ ਵੀ ਹਰ ਰੋਜ਼ ਧਰਮਸ਼ਾਲਾ ਵਿੱਚ ਜਾਇਆ ਕਰਦੇ ਸੀ ਤੇ ਸਿਮਰਨ ਸੇਵਾ ਕਰਿਆ ਕਰਦੇ ਸੀ ਤੇ ਅਧਿਆਤਮਿਕ ਜਿਹੜਾ ਜੀਵਨ ਸੀ ਉਹਨਾਂ ਦਾ ਕਾਫੀ ਉੱਚਾ ਹੋ ਗਿਆ ਸੀਗਾ। ਤੇ ਫਿਰ ਉਹਨਾਂ ਦੇ ਜਿਹੜਾ ਸੁਭਾਅ ਨੂੰ ਦੇਖਦੇ ਹੋਏ ਜਿਹੜੇ ਉਹਨਾਂ ਦੇ ਪਿਤਾ ਸੀ ਭਾਈ ਰਾਮ ਜੀ, ਉਹਨਾਂ ਨੇ ਸੋਚ ਲਿਆ ਸੀ ਕਿ ਜੇ ਮਾਤਾ ਸਾਹਿਬ, ਉਹਨਾਂ ਨੂੰ ਨਾ ਬਚਪਨ ਵਿੱਚ ਉਹਨਾਂ ਦਾ ਪਹਿਲਾ ਨਾਮ ਸੀ ਮਾਤਾ ਸਾਹਿਬ ਦੇਵਾ ਜੀ, ਉਹਨਾਂ ਨੂੰ ਮਾਤਾ ਸਾਹਿਬ ਦੇਵਾ ਜੀ ਕਹਿ ਕੇ ਬੁਲਾਇਆ ਜਾਂਦਾ ਸੀ। ਤੇ ਜਦੋਂ ਮਤਲਬ ਉਹਨਾਂ ਨੇ ਦੇਖਿਆ ਵੀ ਹਨਾ ਵੀ ਉਹਨਾਂ ਦਾ ਸੁਭਾਅ ਹਨਾ ਵੀ ਸਾਡੀ ਬੇਟੀ ਦਾ ਸੁਭਾਅ ਏਦਾਂ ਹੈ ਨਾ, ਤਾਂ ਉਹਨੇ ਸੋਚ ਲਿਆ ਸੀ ਕਿ ਜੇ ਇਹਨਾਂ ਦਾ ਡੋਲਾ ਜਾਏਗਾ ਤਾਂ ਗੁਰੂ ਨਾਨਕ ਦੇ ਘਰ ਹੀ ਜਾਏਗਾ। ਤੇ ਜਦੋਂ ਮਾਤਾ ਸਾਹਿਬ ਦੇਵਾ ਜੀ 17 ਸਾਲ ਦੇ ਹੋਏ ਤਾਂ ਉਹਨਾਂ ਦਾ ਡੋਲਾ, ਰਵਿਦਾਸ ਦੀ ਸੰਗਤ ਸਾਰੀ ਉਹਨਾਂ ਦਾ ਡੋਲਾ ਲੈ ਕੇ ਗਏ ਅਨੰਦਪੁਰ ਸਾਹਿਬ ਵਿਖੇ। ਤੇ ਉਸ ਟਾਈਮ ਗੁਰੂ ਨਾਨਕ ਦੇਵ ਜੀ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਗੱਦੀ ਤੇ ਵਿਰਾਜਮਾਨ ਸੀਗੇ। ਤੇ ਪਹਿਲਾਂ ਤਾਂ ਗੁਰੂ ਸਾਹਿਬ ਜੀ ਨੇ ਮਨਾ ਕਰਤਾ ਸੀ ਇਹ ਰਿਸ਼ਤੇ ਵਾਸਤੇ, ਕਿਉਂਕਿ ਗੁਰੂ ਸਾਹਿਬ ਪਹਿਲਾਂ ਮੈਰਿਡ ਸੀਗੇ ਤੇ ਉਹਨਾਂ ਦੇ 4 ਸਨਸ ਵੀ ਹੈ ਸੀ, 4 ਸਾਹਿਬਜ਼ਾਦੇ ਵੀ ਸੀ ਉਹਨਾਂ ਦੇ। ਤੇ ਮਤਲਬ ਉਹਨਾਂ ਨੇ ਤਾਂ ਮਨਾ ਕਰਤਾ ਸੀ, ਪਰ ਫਿਰ ਸੰਗਤਾਂ ਨੇ ਉਹਨਾਂ ਨੂੰ ਅਰਦਾਸਾਂ ਕੀਤੀਆਂ ਕਿ ਤੁਸੀਂ ਇਹ ਰਿਸ਼ਤਾ ਮਨਜ਼ੂਰ ਕਰ ਲਓ। ਤਾਂ ਫਿਰ ਗੁਰੂ ਸਾਹਿਬ ਜੀ ਨੇ ਮਨਜ਼ੂਰ ਕਰ ਲਿਆ ਸੀ। ਬਟ ਗੁਰੂ ਸਾਹਿਬ ਜੀ ਨੇ ਇੱਕ ਸ਼ਰਤ ਤੇ ਮਨਜ਼ੂਰ ਕੀਤਾ ਸੀ, ਕਹਿੰਦੇ ਕਿ ਅਸੀਂ ਮਾਤਾ ਸਾਹਿਬ ਦੇਵਾ ਜੀ ਨਾਲ ਵਿਆਹ ਤਾਂ ਕਰਾਵਾਂਗੇ, ਬਟ ਸਾਡਾ ਰਿਸ਼ਤਾ ਦੁਨਿਆਵੀ ਪਤੀ ਪਤਨੀ ਵਾਲਾ ਨਹੀਂ, ਬਲਕਿ ਅਧਿਆਤਮਿਕ ਪਤੀ ਪਤਨੀ ਵਾਲਾ ਹੋਏਗਾ। ਤੇ ਫਿਰ ਉਹਨਾਂ ਦਾ ਵਿਆਹ ਹੋਇਆ ਤੇ ਮਾਤਾ ਸਾਹਿਬ ਦੇਵਾ ਜੀ ਨੇ, ਮਤਲਬ ਇਹੀ ਗੱਲ ਤੋਂ ਦੇਖੋ ਪਤਾ ਲੱਗਦਾ ਕਿੰਨੇ ਸਬਰ ਵਾਲੇ ਸੀ ਮਾਤਾ ਸਾਹਿਬ ਕੌਰ ਜੀ। ਦੇਖੋ ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਮਾਤਾ ਸਾਹਿਬ ਕੌਰ ਜੀ ਤੇ, ਕਿੰਨਾ ਵਧੀਆ ਮਤਲਬ ਕਿੰਨਾ ਸੁੱਚਾ ਜੀਵਨ ਸੀ ਉਹਨਾਂ ਦਾ, ਪਵਿੱਤਰ ਜੀਵਨ ਸੀਗਾ ਦੇਖੋ। ਤੇ ਫਿਰ ਸਵੇਰੇ ਉਹਨਾਂ ਨੇ ਅੰਮ੍ਰਿਤ ਵੇਲੇ ਉੱਠੇ ਕਰਨਾ, ਤੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਸਿਮਰਨ ਕਰਿਆ ਕਰਨਾ, ਤੇ ਸਮਾਂ ਬੀਤਦਾ ਗਿਆ ਐਵੇਂ। ਤੇ ਜਦੋਂ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤਾਂ ਉਦੋਂ ਗੁਰੂ ਸਾਹਿਬ ਜੀ ਨੇ ਕਹਿਤਾ ਸੀ ਉਹਨਾਂ ਨੂੰ, ਕਹਿੰਦੇ ਕਿ ਅੱਜ ਤੋਂ ਕਹਿੰਦੇ ਤੁਸੀਂ ਆਪਣੇ 4 ਪੁੱਤਰ ਵਾਰੇ ਨੇ ਨਾ, ਕਹਿੰਦੇ ਮੈਂ ਤੁਹਾਡੀ ਝੋਲੀ 1000 ਕਹਿੰਦੇ ਤਾਂ ਤੁਸੀਂ ਸਾਰੇ ਖਾਲਸਾ ਪੰਥ ਦੇ ਮਾਤਾ ਜੀ ਹੋ। ਤੇ ਉਸ ਟਾਈਮ ਮਾਤਾ ਸਾਹਿਬ ਕੌਰ ਜੀ ਨੇ ਸਾਰੇ ਖਾਲਸਾ ਪੰਥ ਵਿੱਚ ਆਪਣੇ ਪੁੱਤਰਾਂ ਨੂੰ ਦੇਖਿਆ। ਤੇ ਫਿਰ ਉਸ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਨੂੰ ਸਾਰੇ ਖਾਲਸਾ ਪੰਥ ਦੇ ਮਾਤਾ ਹੋਣ ਦਾ ਦਰਜਾ ਮਿਲਿਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਵਿੱਚ ਜੋਤੀ ਜੋਤ ਸਮਾਏ ਤਾਂ ਫਿਰ ਉਸ ਤੋਂ ਬਾਅਦ 39 ਸਾਲ ਮਾਤਾ ਸਾਹਿਬ ਕੌਰ ਜੀ ਨੇ ਖਾਲਸੇ ਦੀ ਵਾਗਡੋਰ ਸੰਭਾਲੀ। 39 ਸਾਲ ਦੇਖੋ ਕਿੰਨਾ ਸਬਰ ਵਾਲਾ ਉਹਨਾਂ ਦਾ ਜੀਵਨ ਸੀ, ਕਿੰਨਾ ਮਤਲਬ ਪਵਿੱਤਰ ਜੀਵਨ ਸੀ। ਸੋ ਆਪਾਂ ਨੂੰ ਵੀ ਉਹਨਾਂ ਤੋਂ ਸਿੱਖਣਾ ਚਾਹੀਦਾ, ਉਹਨਾਂ ਵਾਂਗੂ ਜੋ ਰੱਬ ਦਿੰਦਾ ਹੈ ਨਾ, ਜੋ ਪਰਮਾਤਮਾ ਦਿੰਦਾ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ। ਸਾਨੂੰ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਪਰਮਾਤਮਾ ਨੇ ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਸਗੋਂ ਜੋ ਦਿੰਦਾ ਹੈ ਨਾ ਰੱਬ, ਦੇਖੋ ਇਹ ਗੁਰਬਾਣੀ ਵਿੱਚ ਲਿਖਿਆ ਨਾ ਕਿ ਆਪਾਂ ਜੋ ਕਰਾਂਗੇ ਸਾਨੂੰ ਉਵੇਂ ਦਾ ਫਲ ਮਿਲੇਗਾ, ਹਨਾ। ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਦੇਖੋ ਮਾਤਾ ਸਾਹਿਬ ਕੌਰ ਜੀ ਨੇ 4 ਪੁੱਤਰ ਵਾਰੇ, ਉਹਨਾਂ ਨੂੰ 1000 ਪੁੱਤਰ ਮਿਲੇ, ਹਨਾ, ਮਿਲੇ ਨਾ। ਦੇਖੋ ਗੁਰਬਾਣੀ ਦਾ ਮਤਲਬ ਅੱਖਰ ਅੱਖਰ ਸੱਚ ਹੈ। ਆਪਾਂ ਜਿਵੇਂ ਦਾ ਕਰਮ ਸਾਨੂੰ ਉਵੇਂ ਦਾ ਹੀ ਫਲ ਮਿਲੇਗਾ। ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਮਾਤਾ ਸਾਹਿਬ ਕੌਰ ਜੀ ਤੇ। ਉਸ ਬਾਅਦ ਗੱਲ ਕਰਦੇ ਹਾਂ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਦਾ ਜਨਮ ਹੁੰਦਾ ਹੈ ਬਟਾਲਾ ਵਿਖੇ, ਜ਼ਿਲ੍ਹਾ ਗੁਰਦਾਸਪੁਰ ਵਿਖੇ। ਤੇ ਉਹਨਾਂ ਦੇ ਪਿਤਾ ਦਾ ਨਾਮ ਭਾਈ ਮੂਲ ਚੰਦ ਤੇ ਮਾਤਾ ਸਭਰਾਈ ਜੀ। ਤੇ ਜਦੋਂ ਵੱਡੇ ਹੁੰਦੇ ਨੇ ਮਾਤਾ ਸੁਲੱਖਣੀ ਜੀ ਤਾਂ ਉਹਨਾਂ ਦੇ ਵਿਆਹ ਹੁੰਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ। ਤੇ ਉਹਨਾਂ ਦਾ ਸੁਲੱਖਣੀ ਦਾ ਮਤਲਬ ਹੈ, ਸੁਲੱਖਣੀ ਅੱਖਰ ਦਾ ਜਿਹੜਾ ਮਤਲਬ ਹੈ, ਸੁਲੱਖਣੀ ਮਤਲਬ ਚੰਗੇ ਲੱਛਣਾਂ ਵਾਲੀ, ਭਾਵ ਚੰਗੇ ਭਾਈ ਕਾਨ ਸਿੰਘ ਨਾਭਾ ਜੀ ਨੇ ਇਹ ਗੱਲ ਕਹੀ ਹੈ ਕਿ ਸੁਲੱਖਣੀ ਦਾ ਮਤਲਬ ਹੈ ਚੰਗੇ ਗੁਣਾਂ ਵਾਲੀ, ਚੰਗੇ ਲੱਛਣਾਂ ਵਾਲੀ। ਤੇ ਇਹ ਉਹਨਾਂ ਦੇ ਜੀਵਨ ਤੋਂ ਪਤਾ ਵੀ ਲੱਗਦਾ ਹੈ, ਕਿਉਂਕਿ ਜਿਹੜੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਨਾ ਪਰਮੇਸ਼ਵਰ ਕੀਏ ਕਹਿ ਕੇ ਬੁਲਾਇਆ ਕਰਦੇ ਸੀਗੇ। ਤੇ ਉਹਨਾਂ ਦਾ ਜੀਵਨ ਵੀ ਦੇਖੋ ਕਿੰਨਾ ਸਬਰ ਵਾਲਾ ਸੀ। ਪਹਿਲਾਂ ਗੁਰੂ ਨਾਨਕ ਦੇਵ ਜੀ 13 ਸਾਲ ਕਾਰ ਵਿਹਾਰ ਵਾਸਤੇ ਸੁਲਤਾਨਪੁਰ ਗਏ, ਹਨਾ। ਉਸ ਤੋਂ ਬਾਅਦ ਫਿਰ ਉਦਾਸੀਆਂ ਤੇ ਰਹੇ, ਹਨਾ, ਕਿੰਨਾ ਟਾਈਮ। ਦੇਖੋ ਫਿਰ ਵੀ ਮਾਤਾ ਸੁਲੱਖਣੀ ਜੀ ਨੇ ਉਹਨਾਂ ਨੂੰ ਕਦੀ ਵੀ ਮਤਲਬ ਸ਼ਿਕਾਇਤ ਨਹੀਂ ਸੀ ਕੀਤੀ ਵੀ ਤੁਸੀਂ ਘਰ ਤੋਂ ਇੰਨਾ ਦੂਰ ਰਹਿੰਦੇ ਹੋ, ਹਨਾ। ਅੱਜ ਕੱਲ੍ਹ ਦੇਖ ਲਓ, ਹਨਾ, ਮਤਲਬ ਤੁਹਾਨੂੰ ਪਤਾ ਹੀ ਹੈ ਛੋਟੀ ਛੋਟੀ ਗੱਲ ਤੇ ਕਿੰਨੀਆਂ ਮਤਲਬ ਘਰ ਵਿੱਚ ਲੜਾਈਆਂ ਹੋ ਜਾਂਦੀਆਂ ਨੇ। ਦੇਖੋ ਹਨਾ, ਮਾਤਾ ਸੁਲੱਖਣੀ ਜੀ ਨੇ ਕਦੀ ਸ਼ਿਕਾਇਤ ਨਹੀਂ ਸੀ ਕੀਤੀ ਗੁਰੂ ਨਾਨਕ ਦੇਵ ਜੀ ਨੂੰ। ਤੇ ਇੰਨੀ ਵਧੀਆ ਤਰੀਕੇ ਨਾਲ ਮਤਲਬ ਉਹਨਾਂ ਨੇ ਗ੍ਰਹਿਸਥ ਸੰਭਾਲਿਆ। ਤੇ ਮਤਲਬ ਸਾਨੂੰ ਉਹਨਾਂ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ, ਸਬਰ ਸੰਤੋਖ ਵਾਲਾ ਜੀਵਨ ਜੀਣਾ ਚਾਹੀਦਾ ਹੈ। ਤੇ
ਉਸ ਤੋਂ ਬਾਅਦ ਗੱਲ ਕਰਦੇ ਹਾਂ ਮਾਤਾ ਖੀਵੀ ਜੀ। ਮਾਤਾ ਖੀਵੀ ਜੀ ਦਾ ਜਨਮ ਹੁੰਦਾ ਹੈ 1506 ਈਸਵੀ ਵਿੱਚ ਭਾਈ ਦੇਵੀ ਚੰਦ ਮਾਤਾ ਕਰਮਦੇਵ ਜੀ ਦੇ ਘਰ। ਤੇ ਜਦੋਂ ਵੱਡੇ ਹੁੰਦੇ ਨੇ ਤਾਂ ਉਹਨਾਂ ਦਾ ਵਿਆਹ ਹੁੰਦਾ ਹੈ ਭਾਈ ਲਹਿਣਾ ਜੀ ਨਾਲ, ਜੋ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾਹ ਜੀ ਹੋਏ ਨੇ, ਤੇ ਉਹਨਾਂ ਨਾਲ ਵਿਆਹ ਹੁੰਦਾ ਹੈ ਉਹਨਾਂ ਦਾ। ਤੇ ਫਿਰ ਮਤਲਬ ਉਹਨਾਂ ਚ ਨਾ ਮਤਲਬ ਸੇਵਾ ਭਾਵਨਾ ਇੰਨੀ ਜ਼ਿਆਦਾ ਸੀ ਨਾ, ਇੰਨੀ ਜ਼ਿਆਦਾ ਸੇਵਾ ਕਰਦੇ ਸੀਗੇ। ਉਹਨਾਂ ਸੇਵਾ ਭਾਵਨਾ ਕਰਕੇ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇਤਿਹਾਸ ਵਿੱਚ। ਆਪਾਂ ਵੀ ਮਤਲਬ ਉਹਨਾਂ ਦੇ ਜੀਵਨ ਤੋਂ ਸਿੱਖਣਾ ਕਿ ਸਾਨੂੰ ਵੀ ਸੇਵਾ ਕਰਨੀ ਹੈ, ਬਟ ਅਸੀਂ ਨਾ ਸੇਵਾ ਕਰਨੀ ਹੈ, ਬਟ ਆਪਾਂ ਕੋਈ ਮਨ ਵਿੱਚ ਲਾਲਚ ਨਹੀਂ ਰੱਖਣਾ ਕਿ ਹਾਂ ਮੈਨੂੰ ਵੀ ਇਤਿਹਾਸ ਵਿੱਚ ਯਾਦ ਕੀਤਾ ਜਾਏਗਾ। ਇਹ ਨਹੀਂ ਕਹਿਣਾ, ਸੇਵਾ ਕਰਨੀ ਹੈ ਸੇਵਾ ਭਾਵਨਾ ਨਾਲ ਹੀ ਸੇਵਾ ਕਰਨੀ ਹੈ, ਠੀਕ ਹੈ। ਤੇ ਉਹ ਬਹੁਤ ਜ਼ਿਆਦਾ ਸੇਵਾ ਕਰਿਆ ਕਰਦੇ ਸੀ। ਤੇ ਲੰਗਰ ਇੱਕ ਏਦਾਂ ਦੀ ਜਿਹੜੀ ਸੰਸਥਾ ਹੈ ਗੁਰਮਤਿ ਵਿੱਚ, ਜਿਹੜੀ ਊਚ ਨੀਚ, ਜਾਤ ਪਾਤ, ਮਜ਼ਹਬ ਦਾ ਭੇਦਭਾਵ ਖਤਮ ਕਰਦੀ ਹੈ। ਤੇ ਇਸ ਕਾਰਜ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਮਾਤਾ ਖੀਵੀ ਜੀ ਦਾ ਹੈ, ਠੀਕ ਹੈ। ਤੇ ਸਾਨੂੰ ਦੇਖੋ ਜਿਹੜੇ ਪੰਥ ਵਿੱਚ ਏਦਾਂ ਦੀਆਂ ਸਬਰ ਸੰਤੋਖ ਵਾਲੀਆਂ ਬੀਬੀਆਂ ਹੋਣ, ਇਹਨਾਂ ਸੇਵਾ ਭਾਵਨਾ ਵਾਲੀਆਂ ਬੀਬੀਆਂ ਹੋਣ, ਹਨਾ, ਕਿਵੇਂ ਉਹ ਉਸ ਮੈਂ ਤਾਂ ਕਹਿੰਦੀ ਹਾਂ ਉਸ ਪੰਥ ਤੋਂ ਸੁਖੀ ਪੰਥ ਕੋਈ ਹੋ ਹੀ ਨਹੀਂ ਸਕਦਾ, ਠੀਕ ਹੈ। ਉਸ ਪੰਥ ਤੇ ਕੋਈ ਮੁਸ਼ਕਿਲ ਆ ਹੀ ਨਹੀਂ ਸਕਦੀ। ਹਾਂਜੀ, ਉਹਨਾਂ ਮਤਲਬ ਕੋਈ ਮੁਸ਼ਕਿਲ ਆ ਵੀ ਨਾ, ਉਹਨਾਂ ਨੂੰ ਕਦੀ ਵੀ ਉਹ ਡਰਾ ਨਹੀਂ ਸਕਦੀ ਉਹ ਮੁਸ਼ਕਿਲ, ਠੀਕ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬੀਬੀ ਅਮਰੋ ਜੀ ਬਾਰੇ। ਬੀਬੀ, ਅਫਸੋਸ ਦੀ ਗੱਲ ਇਹ ਹੈ ਕਿ ਉਹਨਾਂ ਦੀ ਜਨਮ ਮਿਤੀ ਬਾਰੇ ਹਜੇ ਕੋਈ ਤੱਥ ਪ੍ਰਾਪਤ ਨਹੀਂ ਹੋਇਆ। ਦੇਖੋ ਆਪਣਾ ਇਤਿਹਾਸ ਹਜੇ ਕਿੰਨਾ ਜੋ ਆਪਣੇ ਤੋਂ ਆਪਾਂ ਨੂੰ ਹਜੇ ਪਤਾ ਵੀ ਨਹੀਂ। ਹੁਣ ਬੀਬੀ ਅਮਰੋ ਜੀ ਦਾ ਜਨਮ ਬਹੁਤ ਸਰਚ ਕੀਤਾ ਮੈਂ, ਬਟ ਲੱਭਿਆ ਹੀ ਨਹੀਂ। ਤੇ ਦੇਖੋ ਜੇ ਹੁਣ ਆਪਾਂ ਏਦਾਂ ਹੀ ਇਤਿਹਾਸ ਤੋਂ ਦੂਰ ਹੁੰਦੇ ਗਏ ਤਾਂ ਦੇਵਾਂਗੇ ਆਪਾਂ ਆਪਣੀ ਨੂੰ, ਹਨਾ। ਸੋ ਇਤਿਹਾਸ ਬਾਰੇ ਥੋੜਾ ਜਿਹਾ ਝਾਤੀ ਮਾਰੋ। ਤੇ ਮਾਤਾ ਜਿਹੜੀ ਬੀਬੀ ਅਮਰੋ ਜੀ, ਦੇਖੋ ਉਹਨਾਂ ਨੂੰ ਇੰਨਾ ਜ਼ਿਆਦਾ ਪਿਆਰ ਸੀ ਨਾ ਉਹਨਾਂ ਨੂੰ ਗੁਰਬਾਣੀ ਨਾਲ। ਸਵੇਰੇ ਉਹ ਪੱਕੇ ਨਿਤਨੇਮੀ ਸੀ, ਸਵੇਰੇ ਉਹਨਾਂ ਨੇ ਉੱਠਣਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਨਿਤਨੇਮ ਅਨੁਸਾਰ, ਫਿਰ ਗੁਰਬਾਣੀ ਪੜ੍ਹਨੀ, ਤੇ ਉਸ ਤੋਂ ਬਾਅਦ ਗੁਰਬਾਣੀ ਪੜ੍ਹਨੀ, ਸਿਮਰਨ ਕਰਨਾ। ਤੇ ਇੱਕ ਵਾਰ ਨਾ ਮਾਤਾ ਬੀਬੀ ਅਮਰੋ ਜੀ ਸਵੇਰੇ ਅੰਮ੍ਰਿਤ ਸੀਗਾ ਤੇ ਗੁਰਬਾਣੀ ਪੜ੍ਹ ਰਹੇ ਸੀ, ਤੇ ਗੁਰੂ ਅਮਰਦਾਸ ਜੀ ਉਹਨਾਂ ਦੇ ਨਾ ਕੰਨੀ ਪਈ ਗੁਰਬਾਣੀ ਦੀ ਆਵਾਜ਼, ਤੇ ਮਤਲਬ ਹਜੇ ਇੱਕ ਤੁਕ ਹੀ ਸੁਣੀ ਸੀ ਉਹਨਾਂ ਨੇ। ਦੇਖੋ ਇੱਕ ਤੁਕ ਸੁਣੀ ਸੀਗੀ ਤੇ ਉਹਨਾਂ ਨੇ ਸਮਝ ਪਾਈ। ਦੇਖੋ ਗੁਰਬਾਣੀ ਦੇਖ ਲਓ ਜੀਵਨ ਕਿਵੇਂ ਬਦਲ ਦਿੰਦੀ ਹੈ, ਹਨਾ। ਇੱਕ ਤੁਕ ਉਹਨਾਂ ਨੇ ਕਰਨੀ ਪਈ ਤੇ ਸਮਝ ਲੱਗੀ ਗੁਰਬਾਣੀ ਦੀ, ਤਾਂ ਉਹ ਦੇਖੋ ਪਤਾ ਗੁਰੂ ਅਮਰਦਾਸ ਜੀ ਨਿਗੂਰੇ ਸੀਗੇ, ਕੋਈ ਗੁਰੂ ਨੀ ਧਾਰਨ ਕੀਤਾ ਉਹਨਾਂ ਨੇ। ਤੇ ਉਹਨਾਂ ਨੇ ਫਿਰ ਜਦੋਂ ਗੁਰਬਾਣੀ ਦੀ ਤੁਕ ਕਰਨੀ ਪਈ ਤਾਂ ਉਹਨਾਂ ਦੇ ਤਾਂਘ ਪਈ ਉਹਨਾਂ ਦੇ ਦਿਲ ਵਿੱਚ ਵੀ, ਹਾਂ ਮੈਂ ਗੁਰੂ ਦੇ ਦਰਸ਼ਨ ਕਰਨੇ ਨੇ। ਤਾਂ ਜਦੋਂ ਦਰਸ਼ਨ ਕੀਤੇ ਤਾਂ ਉਹ ਗੁਰੂ ਦੇ ਹੀ ਹੋ ਕੇ ਰਹਿ ਗਏ, ਮਤਲਬ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ, ਤੇ ਉੱਥੇ ਤੇ ਉਹਨਾਂ ਦੀ ਹੀ ਮਤਲਬ ਸਿਮਰਨ ਕਰਦੇ, ਸੇਵਾ ਕਰਦੇ ਸੀਗੇ। ਤੇ ਦੇਖੋ ਗੁਰਬਾਣੀ ਪੜ੍ਹੇ ਦੇ, ਹਨਾ, ਤੇ ਮਤਲਬ ਸੇਵਾ ਗੁਰੂ ਦੀ ਸੇਵਾ ਕਰਦੇ ਸੀਗੇ ਨਾ, ਤੇ ਖੁਦ ਹੀ ਦੇਖੋ ਬਾਅਦ ਵਿੱਚ ਗੁਰੂ ਬਣ ਗਏ, ਹਨਾ। ਗੁਰਬਾਣੀ ਵਿੱਚ ਫਰਮਾਨ ਹੈ ਨਾ, ਭਿਖਾਰੀ ਤੇ ਰਾਜ ਕਰਾਵੇ। ਦੇਖੋ ਪਹਿਲਾਂ ਉਹਨਾਂ ਨੇ ਗੁਰੂ ਵੀ ਨਹੀਂ ਸੀ ਧਾਰਨ ਕੀਤਾ, ਬਾਅਦ ਆਪ ਗੁਰੂ ਬਣ ਗਏ, ਹਨਾ। ਇਹ ਮਤਲਬ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਜੇ ਆਪਾਂ ਐਗਜ਼ਾਮਪਲਸ ਵੀ ਨੇ, ਇਤਿਹਾਸ ਗਵਾਏ ਇਸ ਗੱਲ ਦਾ, ਠੀਕ ਹੈ। ਤੇ ਦੇਖੋ ਆਈ ਥਿੰਕ ਟਾਈਮ ਵੀ ਜ਼ਿਆਦਾ ਹੋ ਗਿਆ, ਤੇ ਟਾਈਮ ਵੀ, ਹਨਾ। ਕਰ ਲਓ। ਹਾਂਜੀ, ਚਲੋ ਮੈਂ ਅੰਤ ਤੱਕ ਜਾਂਦੀ ਹਾਂ। ਦੇਖੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਜਰਨੈਲ ਇਸਤਰੀ ਮਾਤਾ ਭਾਗ ਕੌਰ ਜੀ ਬਾਰੇ। ਦੇਖੋ ਮਾਤਾ ਭਾਗ ਕੌਰ ਜੀ ਜਿਹੜੇ ਖੁਦ ਮੈਦਾਨੇ ਜੰਗ ਵਿੱਚ ਉਤਰ ਕੇ ਲੜਦੇ ਰਹੇ ਨੇ, ਹਨਾ। ਆਪਾਂ ਕਹਿੰਦੇ ਹਾਂ ਨਾ ਕਿ ਹਾਂ, ਆਪਾਂ ਅਕਸਰ ਆਪਣੇ ਇਹ ਗੱਲ ਹੁੰਦੀ ਹੈ ਕਿ ਹਨਾ ਇਸਤਰੀ ਸਭ ਕੁਛ ਕਰ ਸਕਦੀ ਹੈ, ਹਨਾ। ਵੀ ਜਿਵੇਂ ਹੁਣ ਕਹਿੰਦੇ ਆਪਾਂ ਕੁੜੀਆਂ ਨੌਕਰੀ ਵੀ ਕਰ ਸਕਦੀਆਂ ਨੇ, ਹਨਾ। ਮਤਲਬ ਪੜ੍ਹ ਵੀ ਸਕਦੀਆਂ ਨੇ, ਘਰ ਵੀ ਸੰਭਾਲ ਸਕਦੀਆਂ, ਬਟ ਜੰਗ ਨਹੀਂ ਲੜ ਸਕਦੀਆਂ, ਹਨਾ। ਇਹ ਗੱਲ ਅਕਸਰ ਹੁੰਦੀ ਹੈ, ਬਟ ਇਤਿਹਾਸ ਗਵਾਹ ਇਸ ਗੱਲ ਦਾ। ਮਾਤਾ ਭਾਗ ਕੌਰ ਜੀ ਐਗਜ਼ਾਮਪਲ, ਬਹੁਤ ਵੱਡੀ ਐਗਜ਼ਾਮਪਲ ਨੇ ਕਿ ਦੇਖੋ ਉਹਨਾਂ ਮਰਦਾਂ ਦੇ ਨਾਲ ਜੰਗਾਂ ਲੜਦੇ ਰਹੇ ਨੇ ਮਾਤਾ ਭਾਗ ਕੌਰ ਜੀ। ਇੱਕ ਸੂਰਮੇ ਪਿਤਾ ਦੀ ਬੇਟੀ ਮਾਤਾ ਭਾਗ ਕੌਰ ਜੀ, ਇੱਕ ਸ਼ਹੀਦ ਪਤੀ ਦੀ ਪਤਨੀ, ਸ਼ਹੀਦ ਭਰਾਵਾਂ ਦੀ ਭੈਣ ਮਾਤਾ ਭਾਗ ਕੌਰ ਜੀ। ਦੇਖੋ ਮਾਤਾ ਭਾਗ ਕੌਰ ਜੀ ਦਾ ਜਨਮ ਹੁੰਦਾ ਝਬਾਲ ਵਿਖੇ,
ਜੇਹਲਮ ਜ਼ਿਲ੍ਹੇ ਵਿੱਚ। ਤੇ ਪਿਤਾ ਭਾਈ ਮਾਲੋ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਫੌਜ ਵਿੱਚ ਭਰਤੀ ਸੀਗੇ ਤੇ ਜ਼ੁਲਮ ਖਿਲਾਫ ਲੜਦੇ ਸੀਗੇ। ਤੇ ਮਾਤਾ ਭਾਗੋ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੂੰ ਸ਼ੌਂਕ ਸੀ ਸ਼ਸਤਰ ਚਲਾਉਣ ਦਾ, ਗੱਤਕੇ ਦਾ। ਦੇਖੋ ਆਪਾਂ ਹੁਣ ਮੇਰੀਆਂ ਜਿਹੜੀ ਛੋਟੀਆਂ ਸਿਸਟਰਸ ਨੇ ਹੁਣ ਹਨਾ, ਦੇਖੋ ਕੀ ਸ਼ੌਂਕ ਹੁੰਦਾ ਉਹਨਾਂ ਨੂੰ ਜ਼ਿਆਦਾਤਰ ਕਿ ਸਜਣ ਸਵਰਨ ਦਾ, ਘੁੰਮਣ ਦਾ, ਜਾਂ ਨਵੇਂ ਕੱਪੜੇ ਪਾਉਣ ਦਾ, ਡਾਂਸਿੰਗ ਵਗੈਰਾ ਦਾ। ਮਾਤਾ ਭਾਗ ਕੌਰ ਜੀ ਨੂੰ ਦੇਖੋ ਬਚਪਨ ਤੋਂ ਹੀ ਉਹਨਾਂ ਨੂੰ ਸ਼ੌਂਕ ਸੀਗਾ ਸ਼ਸਤਰ ਚਲਾਉਣ ਦਾ। ਤੇ ਇੰਨਾ ਕੁ ਸ਼ੌਂਕ ਸੀਗਾ ਉਹਨਾਂ ਨੂੰ ਕਿ ਮਤਲਬ ਬਚਪਨ ਛੋਟੀ ਉਮਰ ਵਿੱਚ ਉਹ ਨਿਪੁੰਨ ਹੋ ਗਏ ਸੀ ਸ਼ਸਤਰ ਚਲਾਉਣ ਵਿੱਚ। ਤੇ ਉਹਨਾਂ ਇੱਕ ਸ਼ਸਤਰ ਫੜਿਆ ਕਰਦੇ ਸੀ ਹੱਥ ਵਿੱਚ, ਉਹਨਾਂ ਨੂੰ ਨੇਜਾ ਸੰਗ ਸ਼ਾਇਦ ਏਦਾਂ ਕੁਝ ਕਹਿੰਦੇ ਸੀਗੇ, ਉਹਦਾ ਮਤਲਬ ਹੈ ਨੇਜਾ ਫੜਿਆ ਕਰਦੇ ਸੀ ਇੱਕ ਹੱਥ ਵਿੱਚ। ਤੇ ਜਦੋਂ ਫਿਰ ਵੱਡੇ ਹੋਏ, ਵਿਆਹ ਦੀ ਉਮਰ ਹੋਈ, ਤਾਂ ਉਹਨਾਂ ਦਾ ਵਿਆਹ ਕੀਤਾ ਗਿਆ ਪੱਟੀ ਦੇ ਭਾਈ ਨਿਧਾਨ ਸਿੰਘ ਜੀ ਨਾਲ। ਤੇ ਭਾਈ ਨਿਧਾਨ ਸਿੰਘ ਜੀ ਨਾਲ ਹੋਇਆ ਤੇ ਉਹਨਾਂ ਨੇ ਅੰਮ੍ਰਿਤ ਛਕਿਆ। ਤੇ ਪਹਿਲਾਂ ਉਹਨਾਂ ਦਾ ਨਾਮ ਸੀ ਮਾਤਾ ਭਾਗਪਰੀ। ਤੇ ਜਦੋਂ ਫਿਰ ਉਹਨਾਂ ਨੂੰ ਕਰਦੇ ਸੀ ਤੇ ਜਦੋਂ ਅੰਮ੍ਰਿਤ ਛਕਿਆ ਮਾਤਾ ਕੌਰ ਜੀ ਬਣ ਗਏ। ਤੇ ਇੰਨਾ ਸੋਹਣਾ ਫੁਰਤੀਲਾ ਸੀ, ਉੱਚਾ ਲੰਮਾ ਕੱਦ। ਤੇ ਨਾ ਮਾਤਾ ਭਾਗੋ ਜੀ ਇੱਕ ਨਾ ਬੰਦੂਕ ਸੀ ਉਹਨਾਂ ਦੀ ਜੋ 12 ਫੁੱਟ ਲੰਮੀ ਸੀਗੀ ਤੇ ਇੰਨੀ ਕੁ ਭਾਰੀ ਸੀ ਨਾ ਕਿ ਕੋਈ ਸ਼ਾਇਦ ਹੀ ਕੋਈ ਆਪਣੇ ਵਰਗਾ ਚੱਕ ਸਕੇ ਉਹਨੂੰ। ਜਿਹੜੀ ਮਾਤਾ ਭਾਗੋ ਜੀ ਦੀ ਬੰਦੂਕ ਸੀ ਤੇ ਉਹ ਜੰਗਾਂ ਵਿੱਚ ਉਹਨੂੰ ਯੂਜ਼ ਵੀ ਕਰਦੇ ਰਹੇ ਨੇ। ਤੇ ਮਾਤਾ ਭਾਗੋ ਜੀ ਨਾ ਇੱਕ ਵਾਰ ਜਦੋਂ ਨਾ ਮੁਕਤਸਰ ਦੀ ਜੰਗ ਤੋਂ ਪਹਿਲਾਂ ਹਨਾ, ਜਦੋਂ 40 ਸਿੰਘ ਸੀਗੇ ਬੇਦਾਵਾ ਲਿਖੇ ਸੀ ਗੁਰੂ ਸਾਹਿਬ ਜੀ ਨੂੰ ਹਨਾ, ਤਾਂ ਉਹਨਾਂ ਵਿੱਚ ਨਾ ਮਾਤਾ ਭਾਗ ਕੌਰ ਜੀ ਦੇ ਪਤੀ ਤੇ ਭਰਾ ਵੀ ਸ਼ਾਮਿਲ ਸੀਗੇ। ਤੇ ਜਦੋਂ ਉਹ ਘਰੇ ਬੇਦਾਵਾ ਲਿਖ ਕੇ ਘਰੇ ਆਏ ਹਨਾ, ਤਾਂ ਉਹਨਾਂ ਦੇ ਘਰਦਿਆਂ ਨੇ ਮੂੰਹ ਨਹੀਂ ਸੀ ਲਾਇਆ ਉਹਨਾਂ ਨੂੰ। ਤਾਂ ਮਾਤਾ ਭਾਗ ਕੌਰ ਜੀ ਨੇ ਨਾ ਉਹਨਾਂ ਨੂੰ ਏਦਾਂ ਦੀ ਲਲਕਾਰ ਪਾਈ ਸੀ। ਉਹਨਾਂ ਨੇ ਪਤਾ ਕੀ ਕਿਹਾ ਸੀ ਮਾਤਾ ਭਾਗ ਕੌਰ ਜੀ ਨੇ? ਕਹਿੰਦੇ ਤੁਸੀਂ ਗੁਰੂ ਨੂੰ ਪਿੱਠ ਦੇ ਕੇ ਆਇਓ ਨਾ, ਕਹਿੰਦੇ ਅਸੀਂ ਜੰਗ ਲੜਨ ਜਾਵਾਂਗੀਆਂ, ਤੁਸੀਂ ਕਹਿੰਦੇ ਚੂੜੀਆਂ ਪਾ ਕੇ ਆ ਜਾਓ। ਠੀਕ ਹੈ, ਇਹ ਗੱਲ ਕਹੀ ਸੀ ਉਹਨਾਂ ਨੇ। ਚੂੜੀਆਂ ਪਾਉਣ ਦਾ ਮਤਲਬ ਗੁਲਾਮੀ ਦੀ ਨਿਸ਼ਾਨੀ ਹੈ, ਕਮਜ਼ੋਰੀ ਦੀ ਨਿਸ਼ਾਨੀ ਹੈ ਚੂੜੀਆਂ। ਠੀਕ ਹੈ, ਚੂੜੀਆਂ ਮਤਲਬ ਵੀ ਅਸੀਂ ਆਪਣੇ ਹੱਥ ਬੰਨੇ ਗਏ, ਹੁਣ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਹੱਥਾਂ ਵਿੱਚ ਚੂੜੀਆਂ ਪਾ ਲਈਆਂ, ਇਹ ਮਤਲਬ ਹੈ ਚੂੜੀਆਂ ਦਾ। ਤੇ ਫਿਰ ਜਦੋਂ ਉਹਨਾਂ ਨੂੰ ਇਹ ਗੱਲ ਉਹਨਾਂ ਦੇ ਦਿਲ ਤੇ ਲੱਗੀ ਤਾਂ ਉਹਨਾਂ ਨੇ ਮਾਤਾ ਭਾਗ ਕੌਰ ਜੀ ਦੇ ਜਥੇ ਕਮਾਂਡ ਹੇਠ ਫਿਰ ਗਏ ਸੀਗੇ 40 ਸਿੰਘ ਤੇ ਉੱਥੇ ਮੁਕਤਸਰ ਦੀ ਜੰਗ ਹੋਈ ਸੀ। ਤੇ ਉਹਦੇ ਵਿੱਚ ਉਹਨਾਂ ਦੇ ਅੱਖਾਂ ਸਾਹਮਣੇ, ਮਾਤਾ ਭਾਗ ਕੌਰ ਜੀ ਦੀ ਅੱਖਾਂ ਸਾਹਮਣੇ ਉਹਨਾਂ ਦੇ ਪਤੀ ਤੇ ਭਰਾ ਸ਼ਹੀਦ ਹੋਏ ਸੀ। ਦੇਖੋ ਆਪਾਂ ਨੂੰ ਇਤਿਹਾਸ ਵਿੱਚ ਕਿੰਨਾ ਕੁਝ ਆਪਾਂ ਨੂੰ ਹਜੇ ਨਹੀਂ ਪਤਾ। ਦੇਖੋ ਇਹ ਗੱਲ ਵੀ ਮੈਨੂੰ ਵੀ ਨਹੀਂ ਸੀ ਪਤਾ, ਜਦੋਂ ਮੈਂ ਆਪਣੇ ਟੀਚਰ ਤੋਂ ਇਹ ਗੱਲ ਪਤਾ ਮੈਨੂੰ ਵੀ ਹੁਣ ਹੀ ਪਤਾ ਲੱਗਿਆ। ਦੇਖੋ ਤੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਦੇਖੋ ਸ਼ਹੀਦ ਹੋਏ ਸੀ। ਉਹਨਾਂ ਫਿਰ ਵੀ ਖੁਦ ਜੰਗ ਲੜਦੇ ਰਹੇ ਮਾਤਾ ਭਾਗ ਕੌਰ ਜੀ। ਤੇ ਜਦੋਂ ਜੰਗ ਲੜਦੇ ਰਹੇ ਸੀਗੇ ਨਾ, ਤਾਂ ਉਹਨਾਂ ਦੇ ਜੰਗ ਲੜਦੇ ਪੱਟ ਵਿੱਚ ਗੋਲੀ ਲੱਗੀ ਸੀ ਮਾਤਾ ਭਾਗ ਕੌਰ ਜੀ ਦੇ। ਤੇ ਪਰ ਫਿਰ ਵੀ ਮਤਲਬ ਕੁਝ ਸਿਦਕ ਨਹੀਂ ਡੋਲਿਆ ਉਹਨਾਂ ਨੇ। ਤੇ ਜਦੋਂ ਗੁਰੂ ਸਾਹਿਬ ਜੀ ਨੂੰ ਸਿੰਘਾਂ ਨੂੰ ਪਤਾ ਲੱਗਿਆ ਵੀ ਇਸਤਰੀ ਵੀ ਹੈ ਜੰਗ ਵਿੱਚ ਹਨਾ, ਤੇ ਉਹ ਜ਼ਖਮੀ, ਤਾਂ ਫਿਰ ਉਹਨਾਂ ਨੇ ਲੈ ਕੇ ਗਏ ਮਾਤਾ ਭਾਗ ਕੌਰ ਜੀ ਨੂੰ। ਤੇ ਫਿਰ ਉਹਦਾ ਇਲਾਜ ਹੋਇਆ, ਜਦੋਂ ਠੀਕ ਹੋਏ ਤਾਂ ਤੇ ਮਾਤਾ ਜੀ ਨੇ ਨਾ ਫਿਰ ਫਕੀਰੀ ਧਾਰਨ ਕਰ ਲਈ ਸੀ। ਕਹਿੰਦੇ ਫਿਰ ਮਤਲਬ ਗੁਰੂ ਸਾਹਿਬ ਜੀ ਦੇ ਜਥੇ ਵਿੱਚ ਹੀ ਰਲ ਗਏ ਸੀ ਤੇ ਜ਼ੁਲਮ ਖਿਲਾਫ ਲੜਦੇ ਸੀਗੇ। ਤੇ ਫਿਰ ਉਸ ਤੋਂ ਬਾਅਦ ਜਦੋਂ ਦੱਖਣ ਵੱਲ ਗੁਰੂ ਸਾਹਿਬ ਜੀ ਆਏ ਹਨਾ ਉੱਥੋਂ, ਤੇ ਉਦੋਂ ਮਾਤਾ ਭਾਗ ਕੌਰ ਜੀ ਵੀ ਉਹਨਾਂ ਦੇ ਨਾਲ ਆਏ ਸੀਗੇ ਜਥੇ ਦੇ ਨਾਲ। ਤੇ ਫਿਰ ਤਖਤ ਸ੍ਰੀ ਹਜ਼ੂਰ ਸਾਹਿਬ, ਹਾਂਜੀ, ਅਬਚਲ ਨਗਰ, ਉੱਥੇ ਫਿਰ ਉਹਨਾਂ ਦਾ ਇੱਕ ਤਪ ਸਥਾਨ ਬਣਿਆ। ਉੱਥੇ ਉਹ ਬਹਿ ਕੇ ਜ਼ਿਆਦਾ ਟਾਈਮ ਬੰਦਗੀ ਕਰਿਆ ਕਰਦੇ ਸੀ। ਤੇ ਉੱਥੇ ਉਹਨਾਂ ਦੇ ਮਤਲਬ ਜਿਹੜਾ ਨੇਜਾ ਉਹ ਫੜਿਆ ਕਰਦੇ ਸੀ ਸਾਂਗ, ਤੇ ਉਹਨਾਂ ਦੀ ਬੰਦੂਕ ਵੀ ਉੱਥੇ ਪਈ ਹੈ ਦਰਸ਼ਨ ਕਰਨ ਵਾਸਤੇ। ਤੇ ਉੱਥੇ ਮਤਲਬ ਜ਼ਿਆਦਾ ਟਾਈਮ ਫਿਰ ਉਹ ਤਪ ਕਰਿਆ ਕਰਦੇ ਸੀ। ਮਤਲਬ ਮੇਰਾ ਕਹਿਣ ਦਾ ਮਤਲਬ ਵੀ ਦੇਖੋ ਕਿੰਨਾ ਉੱਚਾ ਜੀਵਨ ਸੀ, ਸ਼ਸਤਰ ਵੀ ਚਲਾਏ ਤੇ ਬੰਦਗੀ ਵੀ ਕੀਤੀ ਹਨਾ। ਸੋ ਆਪਾਂ ਨੂੰ ਵੀ ਉਹਨਾਂ ਵਾਂਗੂ ਸਿੱਖਣਾ ਚਾਹੀਦਾ। ਜੇ ਆਪਾਂ ਸਬਰ ਸੰਤੋਖ ਦਾ ਜੀਵਨ ਜੀਣਾ, ਨਾਲ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਤਾਕਤ ਵੀ ਹੋਣੀ ਚਾਹੀਦੀ ਹੈ ਆਪਣੇ ਵਿੱਚ। ਠੀਕ ਹੈ, ਤੇ ਮਤਲਬ ਡਰਨਾ ਨਹੀਂ ਆਪਾਂ, ਮਤਲਬ ਇਹ ਨਹੀਂ ਸੋਚਣਾ। ਹਾਂਜੀ, ਸੰਖੇਪ ਕਰੋ ਜੀ, ਟਾਈਮ ਕਾਫੀ ਹੋ ਗਿਆ, ਫਿਰ ਆਪਾਂ ਦੂਜੇ ਸੈਸ਼ਨ ਵੱਲ ਜਾਣਾ ਜੀ। ਹਾਂਜੀ ਚਲੋ ਕੋਈ ਗੱਲ ਨਹੀਂ। ਹਾਂਜੀ, ਤੇ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਆਪਾਂ ਨੂੰ ਮਤਲਬ ਜਿਹੜੀਆਂ ਕੁੜੀਆਂ ਵੀ ਨੇ ਨਾ ਉਹ ਕਿਸੇ ਤੋਂ ਘੱਟ ਨਹੀਂ। ਸੋ ਆਪਾਂ ਨੂੰ ਵੀ ਉਹਨਾਂ ਆਪਣੀਆਂ ਜਿਹੜੀਆਂ ਮਾਤਾਵਾਂ ਨੇ ਤੇ ਉਹ ਅਮਲ ਕਰੋ, ਉਹਨਾਂ ਵਾਂਗੂ ਬਣੋ। ਆਪਾਂ ਨੂੰ ਇਹ ਚੁੰਨੀ ਹੈ ਨਾ, ਇਹ ਜਿਹੜੀ ਇਹ ਗੁਰੂ ਸਾਹਿਬ ਦਾ ਹੱਥ ਹੈ, ਇਹਨੂੰ ਤਾਰੋ ਨਾ ਸਿਰ ਤੋਂ। ਗੁਰੂ ਸਾਹਿਬ ਨੇ
ਖੁਦ ਆਪਣੀ ਸੇਫਟੀ ਆਪਣੀ ਰੱਖਿਆ ਕਰ ਸਕਦੀ ਹਾਂ। ਸੋ ਆਪਾਂ ਆਪਣੀ ਜਿੱਥੇ ਪਵਿੱਤਰਤਾ ਨਿਮਰਤਾ ਵਾਲਾ ਜੀਵਨ ਜੀਣਾ ਹੈ, ਉੱਥੇ ਜੁਰਮ ਖਿਲਾਫ ਲੜਨ ਵਾਸਤੇ ਆਪਾਂ ਤਾਕਤ ਵੀ ਰੱਖਣੀ ਹੈ। ਸੋ ਠੀਕ ਹੈ, ਤੇ ਹੁਣ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਮੇਰੇ ਤੋਂ ਤਾਂ ਮਾਫੀ ਚਾਹੁੰਦੀ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟੀ ਬਲਜੀਤ ਕੌਰ ਦਾ, ਜਿਹਨੇ ਸਿੱਖ ਬੀਬੀਆਂ ਤੋਂ ਜਾਣੂ ਕਰਵਾਇਆ। ਅਸੀਂ ਹਰ ਰੋਜ਼ ਜਿੱਥੇ ਸਿੰਘਾਂ ਨੂੰ ਯਾਦ ਕਰਦੇ ਹਾਂ, ਉੱਥੇ ਹਰ ਰੋਜ਼ ਅਰਦਾਸ ਦੇ ਵਿੱਚ ਸਿੱਖ ਬੀਬੀਆਂ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਵਾ ਮਨ ਦੇ ਪੀਸੇ ਮੰਨੂ ਦੀ ਜੇਲ੍ਹ ਦੇ ਵਿੱਚ ਕੈਦ ਕੱਟੀ, ਤੇ ਕੈਦ ਹੀ ਨਹੀਂ ਕੱਟੀ ਕਿ ਆਪਣੇ ਬੱਚਿਆਂ ਦੀਆਂ ਜਿਹੜੀਆਂ ਆਂਦਰਾਂ ਦੇ ਟੁਕੜੇ ਕਰਵਾ ਕੇ ਹਾਰ ਪਰੋ ਕੇ ਉਹਨਾਂ ਦੇ ਗਲਾਂ ਦੇ ਵਿੱਚ ਵੀ ਪਾਏ ਗਏ। ਇੰਨਾ ਸਿਦਕ ਭਰੋਸੇ ਵਾਲੀਆਂ ਬੀਬੀਆਂ, ਸਿੱਖ ਬੀਬੀਆਂ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ। ਮਾਤਾ ਖੀਵੀ ਜੀ, ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਨਾਮ ਆਇਆ, ਮਾਤਾ ਖੀਵੀ ਨੇਕ ਜਾਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਗੁਰਬਾਣੀ ਦੇ ਵਿੱਚ ਵੀ ਮਾਤਾ ਖੀਵੀ ਜੀ ਦਾ ਨਾਮ ਆਇਆ। ਸੋ ਇਸ ਤਰ੍ਹਾਂ ਸਾਡਾ ਸਿੱਖ ਬੀਬੀਆਂ ਦਾ ਇਤਿਹਾਸ ਬਹੁਤ ਪੜ੍ਹਨਯੋਗ ਪਿਆ ਹੈ। ਹਜੇ ਦੱਬਿਆ ਪਿਆ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਕੌਮ ਤੱਕ ਪਹੁੰਚਾ ਨਹੀਂ ਸਕੇ। ਸ਼ਹੀਦਾਂ ਦਾ ਸੰਸਕਾਰ ਕਰਨ ਵਾਲੀ ਵੀ ਇੱਕ ਬੀਬੀ ਸੀ, ਬੀਬੀ ਹਰਸ਼ਰਨ ਕੌਰ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਵਾਲੀ। ਸੋ ਟਾਈਮ ਕਾਫੀ ਹੋ ਗਿਆ, ਆਪਾਂ ਦੂਜੇ ਸੈਸ਼ਨ ਵੱਲ ਚੱਲਦੇ ਹਾਂ ਜੀ। ਦੂਸਰਾ ਸੈਸ਼ਨ ਹੈ ਸਰਦਾਰ ਰੰਟੂ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਕਿਸੇ ਦੇ ਔਗਣ ਕਿਵੇਂ ਅਣਡਿੱਠ ਕਰੀਏ, ਕਿਸੇ ਦੇ ਔਗਣਾਂ ਨੂੰ ਕਿਵੇਂ ਅਣਡਿੱਠ ਕੀਤਾ ਜਾਂਦਾ। ਹਾਂਜੀ, ਸਵਾਗਤ ਹੈ ਵੀਰ ਜੀ। ਬੇਨਤੀ ਹੈ ਕਿ ਆਪਣਾ ਸੈਸ਼ਨ ਹੈ ਜਿਹੜਾ ਉਹ ਸ਼ੁਰੂ ਕਰਨਗੇ, ਬੱਚਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਜਸਵਿੰਦਰ ਸਿੰਘ ਜੀ ਦਾ ਮੌਕਾ ਦਿੱਤਾ। ਸੋ ਪਹਿਲਾਂ ਮੈਂ ਬੇਨਤੀ ਕਰ ਜਾਵਾਂ ਕਿ ਟਾਈਮ ਕਿੰਨਾ ਭੈਣ ਜੀ? 5 ਵਜੇ ਤੱਕ, 5 ਵਜੇ ਤੋਂ ਪਹਿਲਾਂ 5 ਮਿੰਟ ਹੋ ਜਾਵੇ ਤਾਂ ਠੀਕ ਹੈ, ਕਿ ਆਪਾਂ ਬੱਚਿਆਂ ਦੇ ਕੁਝ ਤੁਹਾਡੇ ਲਈ ਸਵਾਲ ਹੋਣਗੇ, ਹੈਂਡ ਰੇਜ਼ ਹੋਣਗੇ, ਤਾਂ ਉਹ ਆਪਾਂ 1-2 ਲੈ ਸਕੀਏ। ਓਕੇ ਭੈਣ ਜੀ, ਧੰਨਵਾਦ। ਹਾਂਜੀ, 5-7 ਮਿੰਟ ਬੱਚਿਆਂ ਲਈ ਛੱਡ ਦਿਓ ਬਸ। ਹਾਂਜੀ, ਬਹੁਤ ਸੋਹਣਾ। ਆਪਾਂ ਕਾਫੀ ਸਮੇਂ ਤੋਂ ਆਨੰਦ ਮਾਣ ਰਹੇ ਹਾਂ, ਕਈ ਮਹੀਨਿਆਂ ਤੋਂ ਕਹਿ ਲਈਏ ਜੀ। ਜਿਵੇਂ ਹੁਣ ਵੀ ਆਪਾਂ ਅੱਧਾ ਘੰਟਾ ਹੋ ਗਿਆ ਬੱਚਿਆਂ ਵੱਲੋਂ ਸ਼ਬਦ ਪੜ੍ਹਿਆ ਗਿਆ ਕਿ ਜਗਤ ਦਿਲੰਦਾ ਰੱਖ ਲੈ ਆਪਣੀ ਕਿਰਪਾ ਤਾਂ ਬੱਚੀ ਬਲਜੀਤ ਵੱਲੋਂ ਵੀ ਬਹੁਤ ਸੋਹਣਾ ਆਪਾਂ ਸੁਣਿਆ ਹੈ। ਨਾਲ ਹੀ ਬੱਚੀ ਵੱਲੋਂ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਜੋ ਕਿ ਆਪਣੇ ਸਿੱਖ ਸਾਹਿਤ ਦੇ ਬਹੁਤ ਵਧੀਆ ਅਧਿਕਾਰੀ ਹੋਏ ਨੇ। ਸੋ ਜੋ ਕਿ ਮੇਰਾ ਵਿਸ਼ਾ ਹੈ ਅੱਜ, ਜਿਨ੍ਹਾਂ ਨੇ ਵੇਖ ਕੇ ਅਣਡਿੱਠ ਕੀਤਾ। ਜਿਵੇਂ ਸਿੱਖ ਇਤਿਹਾਸ ਦੀ ਗੱਲ ਚੱਲ ਰਹੀ ਸੀ, ਸਿੱਖ ਬੀਬੀਆਂ ਦੀ ਗੱਲ ਚੱਲ ਰਹੀ ਸੀ। ਸਿੱਖ ਬੀਬੀਆਂ ਨੇ ਵੀ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ। ਜਿਵੇਂ ਭੈਣ ਜੀ ਜ਼ਿਕਰ ਕਰ ਰਹੇ ਸੀ ਕਿ ਬੀਬੀਆਂ ਨੇ ਬੰਦ ਕਟਵਾਏ, ਜਾਂ ਕਿਸਨੇ ਪੀਸੇ ਗਏ ਚੱਕੀਆਂ ਦੇ ਨਾਲ, ਮੀਰ ਮਨੂ ਦੀਆਂ ਚੱਕੀਆਂ ਪੀਸੀਆਂ, ਬੱਚਿਆਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਵਾ ਲਏ ਨੇ, ਪਰ ਸਿੱਖੀ ਧਰਮ ਨਹੀਂ ਛੱਡੇ। ਆਓ ਆਪਾਂ ਇਸੇ ਵਿਸ਼ੇ ਦੇ ਤਹਿਤ ਅੱਗੇ ਵਧਦੇ ਹਾਂ। ਅੱਜ ਆਪਾਂ ਸਾਂਝ ਤੀਜੇ ਗੁਣਾ ਤੇ ਆਪਾਂ ਇਸ ਵਿਸ਼ੇ ਦੇ ਨਾਲ ਪਾਉਣੀ। ਆਪਾਂ ਕੀ ਕਰਦੇ ਜੀ, ਬਹੁਤ ਘੱਟ ਹਾਸਲ ਕਰਦੇ ਹਾਂ ਜ਼ਿੰਦਗੀ ਦੇ ਵਿੱਚ। ਆਪਾਂ ਔਗਣ ਵੇਖਦੇ ਹਾਂ ਹਰ ਇੱਕ। ਮਨੁੱਖ ਦਾ ਇੱਕ ਸੁਭਾਅ ਬਣਿਆ ਹੋਇਆ, ਮਨੁੱਖ ਦਾ ਇੱਕ ਜਮੰਦਰੋਂ ਇਹ ਸੁਭਾਅ ਹੈ ਕਿ ਕਿਸੇ ਦੇ ਔਗਣ ਵੇਖਣੇ ਤੇ ਦੂਜਿਆਂ ਦੇ ਔਗਣ ਵੇਖਣੇ, ਆਪਣੇ ਗੁਣ ਜ਼ਾਹਰ ਕਰਨੇ। ਕਿਵੇਂ ਦੇ ਵਿੱਚ ਇਹ ਗੁਣ ਹੈ ਜੀ, ਫਲਾਣੇ 'ਚ ਇਹ ਔਗਣ, ਆਪਾਂ ਔਗਣ ਹਰ ਇੱਕ ਦੇ ਵੇਖ ਲੈਂਦੇ ਹਾਂ ਪਰ ਗੁਣ ਨਹੀਂ ਵੇਖਦੇ। ਸਾਨੂੰ ਕਿਸੇ ਦੇ ਗੁਣ ਵੇਖਣੇ ਚਾਹੀਦੇ ਨੇ, ਬਲਕਿ ਸਾਨੂੰ ਕਿਸੇ ਦੇ ਔਗਣ ਨਹੀਂ ਵੇਖਣੇ ਚਾਹੀਦੇ। ਹਰ ਇੱਕ ਦੇ ਮਨੁੱਖ ਦੇ ਵਿੱਚ ਕੋਈ ਨਾ ਗੁਣ, ਕੋਈ ਨਾ ਕੋਈ ਚੰਗਾ ਗੁਣ ਜ਼ਰੂਰ ਹੁੰਦਾ। ਜਿਵੇਂ ਆਪਾਂ ਕਹਿੰਦੇ ਹਾਂ ਜੀ, ਔਗਣ ਜ਼ਾਹਰ ਕਰਦਾ ਹੈ ਜੱਗ, ਹੈ ਨਾ। ਆਪਾਂ ਔਗਣ ਵੇਖਦੇ ਹਾਂ ਤੇ ਗੁਣ ਦੱਸਦੇ ਹਾਂ। ਜਿਸਨੂੰ ਨਿੰਦਿਆ ਜਾਂਦਾ ਹੈ, ਦੂਜਿਆਂ ਦੀ ਨਿੰਦਿਆ ਕਰਕੇ ਮਨੁੱਖ ਰਸ ਲੈਂਦਾ ਹੈ। ਨੁਕਸਾਨ ਹੋਇਆ ਜੀ, ਫਲਾਣੇ ਨਾਲ ਇਹ ਹੋਇਆ,
ਜੇ ਆਪਾਂ ਵੇਖਦੇ ਹਾਂ ਨਾ ਕਿ ਫਲਾਣੇ ਨੁਕਸਾਨ ਹੋ ਗਿਆ, ਆਪਾਂ ਬੜਾ ਹੱਸਦੇ ਹਾਂ। ਹੱਸਣਾ ਨਹੀਂ ਚਾਹੀਦਾ। ਕਿਸੇ ਔਗਣਾਂ ਨੂੰ ਵੇਖ ਕੇ ਆਪਾਂ ਉਹਨਾਂ ਨੂੰ ਕੁਝ ਨਾ ਕੁਝ ਹੋਰ ਸਿਖਾਈਏ। ਮਨੁੱਖ ਕੀ ਕਰਦਾ ਜੀ, ਦੁਨੀਆਂ ਦੇ ਨੂੰ ਵੇਖਦਾ, ਆਪਦੇ ਗੁਣ ਦਾ, ਪਰ ਕਦੇ ਝਾਤੀ ਮਾਰ ਕੇ ਵੇਖੀਏ ਕਿ ਮੇਰੇ ਵਿੱਚ ਕਿੰਨੇ ਔਗਣ ਨੇ, ਮੇਰੇ ਅੰਦਰ ਕਿੰਨੇ ਔਗਣ ਨੇ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਇਤਿਹਾਸ ਵਿੱਚ ਵੀ ਸਿਖਾਇਆ ਕਿ ਭਾਈ ਤੂੰ ਆਪਦੇ ਔਗਣ ਵੇਖ। ਪਰ ਗੁਰੂ ਸਾਹਿਬ ਜੀ ਨੇ ਕਿਸੇ ਦੇ ਔਗਣ ਨਹੀਂ ਵੇਖੇ, ਉਹਨਾਂ 'ਚ ਗੁਣ ਭਰੇ ਨੇ। ਜਿਵੇਂ ਸਤਿਗੁਰੂ ਜੀ ਤਾਂ ਉਹ ਮਹਾਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਦਸੇ ਪਾਤਸ਼ਾਹੀਆਂ ਦੇ ਔਗਣ ਨਹੀਂ ਵੇਖੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕੌਡੇ ਰਾਖਸ਼ ਦੇ ਕੋਲ ਗਏ ਸੀ, ਉਹਦੇ ਔਗਣ ਨਹੀਂ ਵੇਖੇ। ਭੂਮੀਏ ਚੋਰ ਕੋਲ ਗਏ ਨੇ, ਉਹਦਾ ਔਗਣ ਨਹੀਂ ਵੇਖਿਆ। ਸੱਜਣ ਠੱਗ ਦੇ ਕੋਲ ਗਏ ਗੁਰੂ ਨਾਨਕ ਸਾਹਿਬ ਨੇ, ਉਹਨਾਂ ਨੂੰ ਗੁਣ ਦਿੱਤੇ। ਜਿਹੜੇ ਠੱਗ ਸੀ, ਜਿਹੜੇ ਕਹਿ ਲਈਏ ਪਾਪੀ ਮਨੁੱਖ ਸੀ, ਬੰਦੇ ਨੂੰ ਮਾਰ ਕੇ ਖਾਣ ਵਾਲੇ ਸੀ, ਉਹਨਾਂ ਨੂੰ ਇੱਕ ਸੂਰਮੇ ਬਣਾ ਦਿੱਤਾ। ਉਹਨੂੰ ਪ੍ਰਚਾਰ ਸਾਹਿਬ ਦੀ ਵਿਚਾਰਧਾਰਾ, ਕਿਉਂਕਿ ਕਿਸੇ ਦੀ ਇੱਜ਼ਤ ਢਕਣੀ, ਦੂਜਿਆਂ ਦੇ ਔਗਣ ਨਜ਼ਰ ਅੰਦਾਜ਼ ਕਰਨੇ, ਇਹ ਆਤਮ ਬਲ ਦੀ ਨਿਸ਼ਾਨੀ ਹੈ। ਜਿਹੜੇ ਮਨੁੱਖ ਦੇ ਅੰਦਰ ਆਤਮ ਬਲ ਚੰਗਾ ਹੈ, ਤਕੜਾ ਹੈ, ਉਹ ਦੂਜਿਆਂ ਦੇ ਔਗਣ ਢਕ ਲੈਂਦਾ। ਪਰ ਆਪਣੇ ਅੰਦਰ ਔਗਣ ਨੂੰ ਕੋਈ ਥਾਂ ਨਾ ਦੇਣੀ, ਇਹ ਵੀ ਇੱਕ ਮਹਾਂਪੁਰਖ ਦਾ ਸੂਰਮੇ ਦਾ ਕੰਮ, ਜਾਣੀ ਕਿ ਦੈਵੀ ਸੁਭਾਅ ਵਾਲੇ ਮਨੁੱਖ ਦਾ ਕੰਮ ਹੈ। ਜਿਹਦੇ ਅੰਦਰ ਗੁਣ ਆ ਗਏ ਤੇ ਔਗਣ ਦਾ ਇਹ ਗੁਣ। ਆਪਾਂ ਕੀ ਕਰਦੇ ਹਾਂ ਜੀ, ਦੂਜਿਆਂ ਦੇ ਔਗਣਾਂ ਨੂੰ ਆਪਾਂ ਥਾਂ ਥਾਂ ਤੇ ਭੇਜਦੇ ਹਾਂ। ਜਿਵੇਂ ਅੱਜ ਦੇਖੋ ਫੇਸਬੁੱਕ ਰਾਹੀਂ ਜਾਂ ਵਟਸਐਪ ਰਾਹੀਂ ਕਿਸੇ ਦੀ ਕੋਈ ਥੋੜ੍ਹੀ ਜਿਹੀ ਗਲਤੀ ਹੁੰਦੀ, ਆਪਾਂ ਫਟਾਫਟ ਅੱਗੇ ਵਧਾਉਂਦੇ ਹਾਂ। ਪਰ ਇਹ ਨਹੀਂ ਕਰਨਾ। ਸਿੱਖ ਦਾ ਕੰਮ ਕੀ ਹੁੰਦਾ ਸੀ, ਦੂਜਿਆਂ ਦੇ ਔਗਣ ਨੂੰ ਢਕਣਾ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਅਨੰਦਪੁਰ ਸਾਹਿਬ ਰਹਿ ਰਹੇ ਨੇ, ਉੱਥੇ ਇੱਕ ਅਬੂ ਤਰਾਨੀ ਮੁਸਲਮਾਨ ਆਇਆ। ਉਸਨੇ ਆ ਕੇ ਇੱਕ ਭੇਟ ਕਰਿਆ, ਬ੍ਰਾਹਮਣ ਵਾਲਾ ਭੇਟ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਅੰਦਰ ਨਹੀਂ, ਉਹ ਇੱਕ CID ਹੈ, ਉਹ ਔਰੰਗਜ਼ੇਬ ਦਾ ਹੁੰਦਾ ਹੈ। ਪਰ ਰੂਪ ਵਿੱਚ ਰਹਿ ਕੇ ਜਿੰਨੀ ਵੀ CID ਹੁੰਦੀ ਗੁਰੂ ਦੇ ਦਰਬਾਰ ਦੀ, ਉਹ ਸਾਰੀ ਔਰੰਗਜ਼ੇਬ ਨੂੰ ਭੇਜਦਾ ਹੁੰਦਾ ਸੀ। ਪਰ ਇਹ ਗੱਲ ਦਾ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੈ ਕਿ ਇਹ ਬੰਦਾ CID ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਕਦੇ ਨਹੀਂ ਪਤਾ ਲੱਗਣ ਦਿੱਤਾ ਕਿ ਸਾਨੂੰ ਪਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪੈਂਦੇ, ਉਹਦੇ ਬਾਣੇ ਨੂੰ ਵੇਖ ਪਰ ਇੱਕ ਦਿਨ ਐਸਾ ਹੋਇਆ, ਜਦੋਂ 1699 ਦੀ ਵਿਸਾਖੀ ਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦਾ ਵਟ ਤਿਆਰ ਕੀਤਾ। ਉਸ ਵੇਲੇ ਸਾਰੀ ਸਿੱਖ ਸੰਗਤ ਹਾਜ਼ਰ ਹੈ। ਸਾਰੀ ਸਿੱਖ ਸੰਗਤ ਹਾਜ਼ਰ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਰਹੇ ਨੇ, ਸਾਰੇ ਛਕ ਰਹੇ ਨੇ। ਪਰ ਜਦੋਂ ਇਹਨੇ ਸਾਰਾ ਇਹ ਉਸ ਵੇਲੇ ਦੀ ਵਾਰਤਾ ਵੇਖੀ, ਕੁਝ ਵੇਖਿਆ, ਇਹਦੇ ਮਨ 'ਚ ਬੜਾ ਆਇਆ ਕਿ ਮੈਂ ਤਾਂ ਇੰਨਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ CID ਕਰਦਾ ਰਿਹਾ, ਅੱਜ ਵੱਲ ਦੀ ਸਾਰੇ ਵੱਖਰੀ। ਤੋ ਆਖਰੀ ਰਿਪੋਰਟ ਔਰੰਗਜ਼ੇਬ ਨੂੰ ਦੇ ਦਿੱਤੀ ਕਿ ਅੱਜ ਤੋਂ ਬਾਅਦ ਮੈਂ ਤੇਰੀ CID ਦਾ ਜਿਹੜਾ ਅਹੁਦਾ ਸੀ ਛੱਡ ਚੁੱਕਿਆ। ਅੱਜ ਤੋਂ ਬਾਅਦ ਮੈਂ ਗੁਰੂ ਨਾਨਕ ਦਾ ਸਿੱਖ ਬਣ ਚੁੱਕਿਆ। ਗੁਰੂ ਨਾਨਕ ਦਾ ਗੁਰੂ ਗੋਬਿੰਦ ਦਾ ਸਿੱਖ ਬਣ ਚੁੱਕਾ। ਉਹਨੇ ਅੰਮ੍ਰਿਤ ਛਕਿਆ ਤੇ ਉਸ ਵੇਲੇ ਸਿੰਘ ਸਜਿਆ। ਸਿੰਘ ਤੋਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਵੇਖ ਕੇ ਅਣਡਿੱਠ ਕਰ ਦਿੱਤਾ ਕਿ ਉਹਦੇ ਉਹ ਔਗਣ ਨੂੰ ਉਹਨੇ ਵੇਖਿਆ, ਉਹ 'ਚ ਗੁਣ ਪਾ। ਬਹੁਤ ਮਹਾਨ ਦੇਣ ਹੈ। ਤੇ ਦੂਸਰੀ ਗੱਲ ਹੈ ਕਿ ਜਦੋਂ ਆਪਾਂ ਇਹ ਚੀਜ਼ਾਂ ਵੇਖਦੇ ਹਾਂ, ਇਤਿਹਾਸ ਸਾਨੂੰ ਸਿੱਖਣਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਵੀ ਵੇਖ ਕੇ ਹਰ ਇੱਕ ਨੂੰ ਅਣਡਿੱਠਤਾ। ਅਸੀਂ ਕਿਸੇ ਦੇ ਔਗਣਾਂ ਨੂੰ ਉੱਪਰ ਚੁੱਕਦੇ ਹਾਂ ਕਿ ਬੰਦੇ 'ਚ ਇਹ ਔਗਣ, ਉਹਨੂੰ ਸਮਾਂ ਦਿਓ, ਮਨੁੱਖ ਸੁਧਰ ਜਾਏ। ਮਨੁੱਖ ਨੂੰ ਜਦੋਂ ਆਪਾਂ ਸਮਾਂ ਦਿੰਦੇ ਹਾਂ ਨਾ, ਉਦੋਂ ਬੜਾ ਆਨੰਦ ਆਉਂਦਾ। ਤੇ ਦੂਸਰੀ ਗੱਲ ਹੈਗੀ ਹੈ ਜੀ, ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿਰ ਉੱਪਰ ਦਸਤਾਰ ਸਜਾਈ ਜਾ ਰਹੀ ਹੈ। ਕਿਰਤੀ ਚੰਦਰ ਨੇ ਆ ਕੇ
ਜਿਹੜੀ ਦਸਤਾਰ ਸੀ ਵਾਹਿਗੁਰੂ ਜੀ। ਜਿਹੜੀ ਦਸਤਾਰ, ਵਾਹਿਗੁਰੂ ਜੀ ਸਪੀਕਰ ਥੋੜਾ ਮਾਈਕ ਨੇੜੇ ਕਰ ਲਵੋ ਵੀਰ ਜੀ, ਆਵਾਜ਼ ਘੱਟ ਆ ਰਹੀ ਹੈ ਥੋੜੀ। ਤਾਂ ਨੈਟਵਰਕ ਥੋੜਾ ਘੱਟ ਹੈ ਜੀ। ਵਾਹਿਗੁਰੂ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਵੀਰ ਜੀ, ਠੀਕ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤਾਂ ਉਸ ਵੇਲੇ ਜਿਹੜਾ ਪ੍ਰਿਥੀ ਚੰਦ ਸੀ ਉਹਨੇ ਇਹਨਾਂ ਨੇ ਪੜ੍ਹਨ ਦੇ ਵਿੱਚ ਗੁਰੂ ਸਾਹਿਬ ਦੀ ਨਾਰਾਜ਼ਗੀ ਕੀਤੀ। ਸਿੱਖ ਸੰਗਤਾਂ ਕਹਿੰਦੀ ਇਹ ਨਹੀਂ ਅਸੀਂ ਕਰਨਾ ਚਾਹੁੰਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਵੱਡੇ ਭਰਾ ਨੇ ਜੇ ਇਹਨਾਂ ਦਸਤਾਰ ਖੋਲੀ ਹੈ, ਕੋਈ ਗੱਲ ਨਹੀਂ, ਵੱਡੇ ਭਰਾ ਹੁੰਦੇ ਨੇ। ਭਗਤ ਨੇ ਚੰਦ ਨੇ ਹਰ ਇੱਕ ਹੱਦ ਨੂੰ ਮੁਕਾ ਛੱਡਿਆ ਸੀ। ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ ਤਾਂ ਉਹਨਾਂ ਨੂੰ ਵੀ ਕਈ ਸਾਜ਼ਿਸ਼ਾਂ ਖਤਮ ਕਰਨ ਦੀਆਂ ਰਚੀਆਂ। ਕਿਤੇ ਫੀਤੋਦਾਈ ਨੂੰ ਭੇਜਦੇ ਨੇ ਜ਼ਹਿਰ ਦੇ ਕੇ ਕਿ ਉਸ ਬੱਚੇ ਨੂੰ ਜ਼ਹਿਰ ਕਿਵੇਂ ਨਾ ਕਿਵੇਂ ਤਰੀਕੇ ਦੁਆਰਾ ਦਿੱਤਾ ਜਾਏ। ਤਾਂ ਫੀਤੋਦਾਈ ਕੀ ਕਰਦੀ ਹੈ, ਆਪਦੇ ਤਨ ਤੇ ਜ਼ਹਿਰ ਲਾ ਕੇ ਸਾਹਿਬਜ਼ਾਦੇ ਨੂੰ ਦਿੰਦੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਪਰ ਉਹ ਕੁਦਰਤ ਐਸੀ ਹੁੰਦੀ ਹੈ ਕਿ ਜ਼ਹਿਰ ਬੜਾ ਤੇਜ਼ ਹੁੰਦਾ। ਜ਼ਹਿਰ ਫੀਤੋਦਾਈ ਦੇ ਤਨ ਨੂੰ ਚੜ੍ਹ ਕੇ ਸਰੀਰ ਨੂੰ ਚੜ੍ਹ ਜਾਂਦਾ, ਉਹ ਖਤਮ ਹੋਣ ਲੱਗਦੀ ਹੈ। ਅੰਤ ਵੇਲੇ ਜਾਂਦੀ ਦੱਸ ਜਾਂਦੀ ਹੈ ਕਿ ਮੈਨੂੰ ਪ੍ਰਿਥੀ ਚੰਦ ਨੇ ਪੈਸੇ ਦੇ ਕੇ ਭੇਜਿਆ ਸੀ, ਮੈਂ ਲਾਹ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ। ਫਿਰ ਇਸੇ ਤਰ੍ਹਾਂ ਇੱਕ ਜੋ ਰਸੋਈਆ ਹੁੰਦਾ ਉਸਨੂੰ ਵੀ ਪੈਸੇ ਦੇ ਕੇ ਤੇ ਗੁਰੂ ਸਾਹਿਬ ਦੇ ਰਸੋਈ ਦੇ ਵਿੱਚ ਜੋ ਦਹੀਂ ਹੁੰਦੀ ਉਸ ਦਹੀਂ ਦੇ ਵਿੱਚ ਜ਼ਹਿਰ ਮਿਲਾਉਣ ਦਾ ਯਤਨ ਕੀਤਾ ਜਾਂਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਹੈ, ਤਾਂ ਜਦੋਂ ਇਸ ਗੱਲ ਦਾ ਪਤਾ ਬ੍ਰਹਮਣ ਨੂੰ ਲੱਗਦਾ ਕਿ ਮੇਰੇ ਔਗਣ ਦਾ ਪਤਾ ਲੱਗ ਗਿਆ, ਤਾਂ ਉਸ ਵੇਲੇ ਜਿਹੜਾ ਬ੍ਰਹਮਣ ਹੁੰਦਾ ਨਾ ਉਹਨੂੰ ਮਰ ਜਾਂਦਾ। ਸਤਿਗੁਰੂ ਜੀ ਇਸ ਗੱਲ ਦੀ ਗਵਾਹੀ ਗੁਰਬਾਣੀ ਕਰਦੇ ਨੇ, ਦੁਸ਼ਟ ਬ੍ਰਹਮਣ ਮੂਆ ਹੋਏ ਸੂਲ। ਤੇ ਉਸ ਬ੍ਰਹਮਣ ਜਦੋਂ ਸੂਲ ਹੋਇਆ ਨਾ ਉਹ ਮਰ ਗਿਆ, ਖਤਮ ਹੋ ਗਿਆ। ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਪਰ ਗੁਰੂ ਸਾਹਿਬ ਜੀ ਨੇ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਅਣਡਟ ਕੀਤਾ। ਇਕੱਲਾ ਪ੍ਰਿਥੀ ਚੰਦ ਨਹੀਂ ਸੀ ਕਿ ਏਦਾਂ ਦੇ ਕੰਮ ਕਰਦਾ। ਜੋ ਪ੍ਰਿਥੀ ਚੰਦ ਦੇ ਘਰ ਵਾਲੀ ਬੀਬੀ ਕਰਮੋਂ ਇਤਿਹਾਸ ਵਿੱਚ ਆਉਂਦਾ ਹੈ, ਉਸਨੇ ਵੀ ਏਦਾਂ ਦੀਆਂ ਸਾਜ਼ਿਸ਼ਾਂ ਰਚੀਆਂ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਘਰੋਂ ਦਰਬਾਰ ਸਾਹਿਬ ਵੱਲ ਜਾਂਦੇ ਨੇ। ਜਦੋਂ ਦਰਬਾਰ ਸਾਹਿਬ ਜਾਂਦੇ ਨੇ ਨਾ, ਅੰਮ੍ਰਿਤ ਵੇਲੇ ਉੱਠ ਕੇ ਸੁਬਾਹ ਕੀ ਕਰਦੀ, ਖਾਰ ਕਿੱਥੋਂ ਸ਼ੁਰੂ ਕਰਦੇ ਸੀ ਕਿ ਜੋ ਗੁਰਤਾ ਗੱਦੀ ਸੀ ਪ੍ਰਿਥੀ ਚੰਦ ਕਹਿੰਦਾ ਕਿਉਂ ਨਹੀਂ ਮੈਨੂੰ ਮਿਲੀ। ਤੇ ਦੂਸਰੀ ਗੱਲ ਹੈ ਕਿ ਇਹਨਾਂ ਦੇ ਘਰ ਵੀ ਜਨਮ ਲੈ ਲਿਆ, ਹੁਣ ਸਾਨੂੰ ਗੁਰਤਾ ਗੱਦੀ ਕਿਸੇ ਤਰੀਕੇ ਦੁਆਰਾ ਨਹੀਂ ਮਿਲਣੀ। ਉਹ ਇਸ ਗੱਲ ਦੀ ਬੜੀ ਈਰਖਾ ਰੱਖਦੇ ਸੀ ਮਨ 'ਚ। ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਵੇਖ ਕੇ ਅਣਡਟ ਕਰਦੇ ਰਹੇ। ਜਿਵੇਂ ਕਰਮੋਂ ਕੀ ਕਰਦੇ ਸੀ, ਉਹ ਅੰਮ੍ਰਿਤ ਵੇਲੇ ਕੋਠੇ ਤੇ ਚੜ ਜਾਣਾ ਉਹਨੇ। ਜਦੋਂ ਗੁਰੂ ਅਰਜਨ ਆਪਦੇ ਮਹਿਲਾਂ ਤੋਂ ਤਿਆਰ ਹੋ ਕੇ ਹਰਿਮੰਦਰ ਸਾਹਿਬ ਜਾਣ, ਉਹ ਕੀ ਕਰਦੀ, ਕੋਠੇ ਦੇ ਉੱਪਰੋਂ ਪੂਰਾ ਕਰਨਾ, ਵੇੜ ਨੂੰ ਕਰਕੇ ਲਿਆ ਕੇ ਉੱਪਰ ਰੱਖ ਲੈਣਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲੰਘਦੇ ਨਾ ਵੇਲੇ ਇਹ ਘਟਨਾ ਉਧਰੋਂ ਭਾਈ ਗੁਰਦਾਸ ਜੀ ਆ ਗਏ ਨੇ, ਉਧਰੋਂ ਗੁਰੂ ਅਰਜਨ ਦੇਵ ਜੀ ਆ ਗਏ, ਦੋਨੋਂ ਇਕੱਠੇ ਤੁਰੇ ਆਉਂਦੇ ਨੇ। ਤੇ ਜਿਸ ਵੇਲੇ ਪ੍ਰਿਥੀ ਚੰਦ ਦੇ ਘਰ ਕੋਲ ਆਉਂਦੇ ਨੇ ਤਾਂ ਕਰਮੋਂ ਹੁੰਦੀ ਆ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿਰ ਉੱਪਰ ਫਿਰ ਕੂੜਾ ਕਰਕਟ ਪਾ ਦਿੰਦੀ ਹੈ। ਜਦੋਂ ਕੂੜਾ ਕਰਕਟ ਪੈ ਜਾਂਦਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਜੇ ਤੁਸੀਂ ਕੁਝ ਨਹੀਂ ਕਹਿਣਾ ਤਾਂ ਅਸੀਂ ਕਹਿ ਆਉਣੇ ਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਨਹੀਂ ਭਾਈ, ਜਿਹੜੀ ਵੱਡੀ ਭਰਜਾਈ ਹੁੰਦੀ ਆ ਮਾਵਾਂ ਦੇ ਵਾਂਗ ਹੁੰਦੀ ਆ, ਆਪਾਂ ਕੁਝ ਨਹੀਂ ਕਹਿਣਾ। ਗੁਰੂ ਸਾਹਿਬ ਜੀ ਇੰਨਾ ਕੁਝ ਵੇਖ ਕੇ ਅਣਡਟ ਕਰਦੇ ਰਹੇ ਨੇ। ਪਰ ਸਾਨੂੰ ਇਤਿਹਾਸ ਸਿੱਖਿਆ ਦਿੰਦਾ ਹੈ ਕਿ ਆਪਾਂ ਕਿਸੇ ਦੇ ਉਹਨਾਂ ਨੂੰ ਵੇਖ ਕੇ ਅਣਡਟ ਕਰਨਾ ਕੀ ਹੈ ਕਿ ਕਿਸੇ ਨਾ ਕਿਸੇ ਸਮੇਂ ਮਨੁੱਖ ਸਮਝਦੇ, ਆਪਾਂ ਸੋਚਦੇ ਹਾਂ ਕਿ ਕਿਸੇ ਮਨੁੱਖ ਨੂੰ ਜੇਲ੍ਹ 'ਚ ਭਜਾ ਦਈਏ
ਕਾਲ ਕੋਠੜੀ ਭਜਾ ਦਈਏ ਕਿ ਬੰਦਾ ਸੁਧਰ ਜਾਏਗਾ। ਨਹੀਂ, ਜਦੋਂ ਮਨੁੱਖ ਕਿਸੇ ਜੇਲ੍ਹ ਦੇ ਵਿੱਚ ਹੁੰਦਾ ਨਾ, ਜਾਂ ਕਾਲ ਕੋਠੜੀ ਦੇ ਵਿੱਚ ਹੁੰਦਾ, ਕੋਈ ਵੀ ਅਪਰਾਧੀ ਆਪਣੇ ਲੜ ਕੇ ਜਾਂਦਾ ਹੈ, ਤਾਂ ਉਹਦੇ ਮਨ 'ਚ ਇੱਕ ਜ਼ਿਆਦਾ ਨਾ ਰੰਜਿਸ਼ ਪੈਦਾ ਹੋ ਜਾਂਦੀ ਹੈ, ਉਹਦੇ ਅੰਦਰ ਜ਼ਿਆਦਾ ਕ੍ਰੋਧ ਪੈਦਾ ਹੋ ਜਾਂਦਾ। ਉਹ ਸੋਚਦਾ ਕਿ ਮੈਂ ਜਿਹੜੇ ਮਨੁੱਖ ਨੇ ਮੈਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ, ਮੈਂ ਉਹਦਾ ਜਾ ਕੇ ਬਦਲਾ ਲਵਾਂ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਰਾ ਕੁਝ ਵੇਖ ਅੰਡਟ ਕਰਦੇ ਰਹੇ। ਹੁਣ ਐਸਾ ਸਮਾਂ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਲੰਘੇ ਜਾ ਰਹੇ ਨੇ। ਅੱਜ ਬੀਬੀ ਕਰਮੋਂ ਕੋਠੇ ਉੱਪਰ ਨਹੀਂ ਆਈ, ਪਿਰਥੀ ਚੰਦ ਦੇ ਘਰ ਵੱਲ। ਗੁਰੂ ਅਰਜਨ ਦੇਵ ਮਹਾਰਾਜ ਖੜ ਕੇ ਵੇਖਣ ਲੱਗੇ ਅਸਮਾਨ ਦੇ ਵੱਲ, ਕੋਠੇ ਦੇ ਵੱਲ। ਇੱਧਰੋਂ ਭਾਈ ਗੁਰਦਾਸ ਜੀ ਵੀ ਆ ਗਏ ਨੇ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰੂ ਜੀ ਕਿਵੇਂ ਰੁਕ ਗਏ? ਸਤਿਗੁਰੂ ਜੀ ਕਹਿਣ ਲੱਗੇ ਕਿ ਅੱਜ ਮੇਰੀ ਭਰਜਾਈ ਨੇ ਆ ਕੇ ਜੋ ਕੂੜਾ ਕਰਕਟ ਨਹੀਂ ਸੁੱਟਿਆ, ਕਿਉਂ ਨਹੀਂ ਸੁੱਟਿਆ? ਵੇਖਦੇ ਰਹੇ। ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕੀਰਤਨ ਹੁੰਦਾ ਹੈ, ਸਾਰੇ ਦਰਬਾਰ ਦੀ ਸਮਾਪਤੀ ਹੁੰਦੀ ਹੈ। ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਾਪਸ ਆਉਂਦੇ ਨੇ। ਜਦੋਂ ਵਾਪਸ ਆ ਕੇ ਪਿਰਥੀ ਚੰਦ ਦੇ ਘਰ ਕੋਲ ਰੁਕਦੇ ਨੇ। ਪਿਰਥੀ ਚੰਦ ਦਾ ਸੇਵਾ ਦਰਬਾਰ ਦੇ ਵਿੱਚ ਰੁਕਿਆ ਹੁੰਦਾ ਹੈ। ਤਾਂ ਸਤਿਗੁਰੂ ਜੀ ਪੁੱਛਦੇ ਨੇ ਕਿ ਅੱਜ ਤੁਹਾਡੇ ਮਾਲਕ ਕਿੱਥੇ ਨੇ, ਉਹ ਘਰ ਨਹੀਂ ਵਿਖਦੇ। ਪਿਰਥੀ ਚੰਦ ਕਹਿੰਦਾ ਜੀ ਅੱਜ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਪਿਰਥੀ ਚੰਦ ਨੂੰ ਬਹੁਤ ਸਾਰਾ ਬੁਖਾਰ ਹੋਇਆ ਪਿਆ। ਪਿਰਥੀ ਚੰਦ ਦੇ ਜਦੋਂ ਘਰ ਵਿੱਚ ਜਾਂਦੇ ਨੇ ਤਾਂ ਉਹਦਾ ਸੇਵਾਦਾਰ ਕਹਿੰਦਾ ਕਿ ਜੋ ਕਿ ਪਿਰਥੀ ਚੰਦ ਹੈ ਜੀ, ਉਹਨੂੰ ਬਹੁਤ ਸਾਰਾ ਬੁਖਾਰ ਹੋਇਆ ਪਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚਲੋ ਆਪਾਂ ਪਤਾ ਕਰਦੇ ਹਾਂ। ਅੰਦਰ ਜਾਂਦੇ ਨੇ ਤਾਂ ਬੀਬੀ ਕਰਮੋਂ ਮੰਜੇ ਤੇ ਪਿਆ, ਉਹਦਾ ਪੁੱਤਰ ਮਿਹਰਬਾਨ ਵੀ ਮੰਜੇ ਤੇ ਪਿਆ। ਪਿਰਥੀ ਚੰਦ ਵੀ ਬੇਸੁੱਧ ਹੋਇਆ ਪਿਆ ਬੁਖਾਰ ਦੇ ਨਾਲ, ਬੜਾ ਤੇਜ਼ ਬੁਖਾਰ ਹੈ, ਪਰਵਾਦ ਨੂੰ ਚੜਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਪਣੀ ਕਰਮੋਂ ਨੂੰ ਕਿ ਅਸੀਂ ਕਿਸੇ ਹਕੀਮ ਨੂੰ ਲੈ ਕੇ ਆਏ ਹਾਂ ਕਿ ਤੁਹਾਨੂੰ ਕੋਈ ਦਵਾਈ ਦੇ ਦੇਵੇਗਾ। ਦੇਖੋ ਗੁਰੂ ਅਰਜਨ ਮਹਾਰਾਜ ਨੇ ਕਿਹਾ, ਬੀਬੀ ਕਰਮੋਂ ਨੇ ਮੇਰੇ ਤੇ ਕੂੜਾ ਕਰਕਟ ਸੁੱਟਦੀ ਰਹੀ ਹੈ ਤੇ ਪਿਰਥੀ ਚੰਦ ਮੇਰੇ ਨਾਲ ਬੜੀਆਂ ਸਾਜ਼ਿਸ਼ਾਂ ਦਾ ਰਿਹਾ, ਪਰ ਗੁਰੂ ਅਰਜਨ ਦੇਵ ਜੀ ਨੇ ਵੇਖ ਕੇ ਅੰਡਟ ਕਰ ਦਿੱਤਾ, ਦਵਾਈ ਦਵਾ ਦਿੱਤੀ। ਤਾਂ ਪਿਰਥੀ ਚੰਦ ਵੀ ਕਮਰੇ ਦੇ ਵਿੱਚ ਬੇਸੁੱਧ ਹੋਇਆ ਪਿਆ। ਥੋੜੀ ਥੋੜੀ ਸੁਰਤ ਆਈ ਹੈ ਤਾਂ ਬੇਸੁਰਤਾ ਹੋਇਆ ਵੀ ਆਖਰ ਨੂੰ ਕੀ ਕਹਿੰਦਾ ਪਿਰਥੀ ਚੰਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਿਆ ਕਿ ਜੇ ਮੈਂ ਮਰ ਵੀ ਗਿਆ ਨਾ ਤਾਂ ਮੈਂ ਅਗਲੇ ਜਨਮ ਵਿੱਚ ਤੁਹਾਡਾ ਬਦਲਾ ਲਵਾਂਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਵੀ ਇੰਨੇ ਨਿਮਰਤਾ ਦੇ ਪੁੰਜ ਨੇ, ਸ਼ਾਂਤੀ ਦੇ ਪੁੰਜ ਨੇ। ਦਰਬਾਰ ਸਾਹਿਬ ਵਿਖੇ ਜਾਂਦੇ ਨੇ, ਕਰਦੇ ਨੇ, ਰਾਖ ਲਿਓ ਭਾਈ ਮੇਰੇ ਪ੍ਰਭ ਆਗੇ। ਅਰਜਨ ਦੇਵ ਮਹਾਰਾਜ ਜੀ ਦਰਬਾਰ ਸਾਹਿਬ ਅੰਦਰ ਅਰਦਾਸ ਕਰਦੇ ਨੇ। ਅਰਦਾਸ ਕਰਕੇ ਉਸ ਵੇਲੇ ਜਦੋਂ ਪਰਿਵਾਰ ਠੀਕ ਹੋ ਜਾਂਦਾ ਫਿਰ ਵੀ ਗੁਰੂ ਅਰਜਨ ਦੇਵ ਮਹਾਰਾਜ ਅਰਦਾਸ ਕਰਦੇ ਨੇ ਪਰਿਵਾਰ ਵਾਸਤੇ। ਸੋ ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਕਿੰਨਾ ਕੁਝ ਸਿਖਾਇਆ। ਅਸੀਂ ਇਹ ਸਿੱਖਿਆ ਲਈਏ ਕਿ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਇੰਨਾ ਕੁਝ ਸਿਖਾ ਦਿੱਤਾ ਤਾਂ ਅਸੀਂ ਵੀ ਕੁਝ ਨਾ ਕੁਝ ਉਹਨਾਂ ਦੇ ਇਤਿਹਾਸ ਤੋਂ, ਉਹਨਾਂ ਦੀ ਜੀਵਨੀ ਤੋਂ, ਗੁਰਬਾਣੀ ਤੋਂ ਸਿੱਖਿਆ ਲਈਏ ਕਿ ਆਪਾਂ ਇਹ ਨਹੀਂ ਕਿ ਮੈਂ ਵੱਡਾ ਜੀ ਮੈਨੂੰ ਜ਼ਿਆਦਾ ਕੁਛ ਪਤਾ ਨਹੀਂ। ਭਾਵੇਂ ਮਨੁੱਖ ਦੇ ਵਿੱਚ 99 ਔਗਣ ਨੇ, ਉਹਦੇ ਵਿੱਚ ਇੱਕ ਗੁਣ ਜ਼ਰੂਰ ਚੰਗਾ ਹੁੰਦਾ, ਆਪਾਂ ਉਹਦੇ ਇੱਕ ਗੁਣ ਵੀ ਲੈ ਲਈਏ। ਆਪਾਂ ਕਈ ਵਾਰ ਵੇਖਦੇ ਹਾਂ ਮਨੁੱਖ ਦੇ ਵਿੱਚ ਬੜੇ ਔਗਣ ਨੇ, ਆਪਾਂ ਉਹਦੇ ਤੋਂ ਦੂਰ ਦੀ ਹੋ ਕੇ ਲੰਘ ਜਾਂਦੇ ਹਾਂ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਕਿ ਜਿਹੜੇ ਮਨੁੱਖ ਦੇ ਵਿੱਚ ਔਗਣ ਨੇ ਅਸੀਂ ਉਹਨਾਂ ਤੋਂ ਦੂਰ ਨਹੀਂ ਹੋਣਾ। ਸਾਡੇ 'ਚ ਇੰਨੇ ਜ਼ਿਆਦਾ ਗੁਣ ਹੋਣ ਤੇ ਸਾਡੇ ਗੁਣਾਂ ਨੂੰ ਵੇਖ ਕੇ ਪ੍ਰਭਾਵਿਤ ਹੋ ਕੇ ਸਾਡੇ ਵਿੱਚ ਰਲ ਜਾਏ। ਇੱਕ ਵਾਰ ਇੱਕ ਕੋਈ ਮਹਾਂਪੁਰਸ਼ ਤੁਰੇ ਆਉਂਦੇ ਨੇ, ਰਸਤੇ ਦੇ ਵਿੱਚ ਉਹਨਾਂ ਨੂੰ ਸ਼ਰਾਬੀ ਮਿਲਿਆ, ਹੱਥ ਵਿੱਚ ਸ਼ਰਾਬ ਦੀ ਬੋਤਲ ਹੈ, ਆਪਣੇ ਵਰਗੇ ਅੱਗੇ ਜਾ ਰਹੇ ਨੇ। ਉਹ ਕਹਿੰਦੇ ਵੀ ਮਹਾਂਪੁਰਸ਼ ਆਉਂਦੇ ਨੇ, ਤੂੰ ਪਾਸੇ ਹਟ ਜਾ ਤੇ ਤੂੰ ਸ਼ਰਾਬ ਦਾ ਰੱਜਿਆ, ਹੱਥ ਵਿੱਚ ਤੇਰੇ ਬੋਤਲ ਸ਼ਰਾਬ ਦੀ ਹੈ। ਜਿਹੜੇ ਮਹਾਂਪੁਰਸ਼ ਜੀ ਬੜੇ ਜੀਵਨ ਵਾਲੇ ਸਨ, ਬੜੇ ਪਿਆਰ ਵਾਲੇ ਨੇ, ਉਹ ਕਹਿਣ ਲੱਗੇ ਜੀ ਇਹਨਾਂ ਨੂੰ ਆਪਾਂ ਨਹੀਂ ਹਟਾਉਣਾ, ਇਹਨੂੰ ਆਉਣ ਦਿਓ, ਹਟਾਉਣਾ ਨਹੀਂ ਤੁਸੀਂ, ਇਹਦੇ ਵਿੱਚ ਔਗਣ ਸ਼ਰਾਬ ਪੀਤੀ ਕੋਈ ਗੱਲ ਨਹੀਂ, ਇਹਨੂੰ ਆਉਣ ਦਿਓ। ਤਾਂ ਮਹਾਂਪੁਰਸ਼ਾਂ ਨੂੰ ਕਹਿਣ ਲੱਗਿਆ ਜੀ ਬਾਬਾ ਜੀ ਤੁਸੀਂ ਵੀ ਪੀ ਲਓ ਘੁੱਟ ਸ਼ਰਾਬ ਦੀ। ਮਹਾਂਪੁਰਸ਼ ਕਹਿੰਦੇ ਚੱਲ ਵੀ ਚੱਲੀਏ, ਆਪਾਂ ਪੀਵਾਂਗੇ, ਕਿਤੇ ਪਾਣੀ ਆਉਣ ਦੇ ਤੇ ਸਮਾਂ ਆਉਣ ਦੇ, ਚੱਲ ਮੇਰੇ ਨਾਲ। ਸ਼ਰਾਬੀ ਬੜਾ ਖੁਸ਼ ਹੋਇਆ, ਅੱਗੇ ਅੱਗੇ ਚਲਿਆ ਜਾ ਰਿਹਾ। ਮਹਾਂਪੁਰਸ਼
ਦੀਆਂ ਨੇ ਪਰਸਾਂ ਇੱਕ ਸ਼ਰਾਬੀ ਨੂੰ ਵੀ ਨਾਲ ਤੋਰ ਲਿਆ। ਪਰ ਨਹੀਂ, ਕਿਸੇ ਦਾ ਜੀਵਨ ਬਦਲਣਾ ਹੋਵੇ ਉੱਥੇ ਉਹਨਾਂ ਦਾ ਤਰੀਕਾ ਬਦਲਣਾ ਪੈਂਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਸ ਵੇਲੇ ਭਾਈ ਲਹਿਣਾ ਜੀ ਨੂੰ ਨਾ ਗਾਰੇ ਵਿੱਚ ਵਾੜਿਆ ਸੀ, ਕਿਉਂ ਵਾੜਿਆ ਸੀ? ਵਾੜਨ ਦਾ ਕਾਰਨ ਇਹ ਸੀ ਕਿ ਇਹ ਲੋਕਾਂ ਨੂੰ ਚਿੱਕੜ ਵਿੱਚੋਂ ਕੱਢ ਸਕਦਾ ਕਿ ਨਹੀਂ ਕੱਢ ਸਕਦਾ, ਉੱਥੇ ਇਹ ਪਰਖ ਦੇ ਵਿੱਚ। ਇਸ ਲਈ ਉਹ ਮਹਾਂਪੁਰਸ਼ ਕਹਿਣ ਲੱਗੇ, ਚਲੋ ਭਾਈ ਆਪਾਂ ਤੁਹਾਡੇ ਨਾਲ ਚਲੇ ਗਏ। ਰਸਤੇ ਵਿੱਚ ਇੱਕ ਕੁੰਡਾ ਆਇਆ, ਜਿਵੇਂ ਆਪਣੇ ਬਾਰਾਂ ਦੇ ਵਿੱਚ ਰੱਖੇ ਹੁੰਦੇ ਨਾ ਕੁੰਡੇ, ਜਿਨ੍ਹਾਂ ਦੇ ਵਿੱਚ ਆਪਾਂ ਲੱਸੀ ਜਾਂ ਕੁਛ ਕੁੱਤਿਆਂ ਦੇ ਖਾਣ ਲਈ ਪਾ ਦਿੰਦੇ ਹਾਂ, ਉੱਦਾਂ ਦਾ ਆਇਆ ਬਰਤਨ। ਮਹਾਂਪੁਰਸ਼ ਕਹਿੰਦੇ ਲਿਆ ਭਾਈ ਬੋਤਲ। ਉਹਨੇ ਸੋਚਿਆ ਕਿ ਮਹਾਂਪੁਰਸ਼ ਹੁੰਦੀ ਇੱਦਾਂ ਦੇ ਨੇ, ਫਕੀਰ ਹੁੰਦੇ ਨੇ, ਇਹ ਪਾ ਕੇ ਪੀ ਲੈਣਗੇ। ਉਹ ਬਾਟੇ ਦੇ ਵਿੱਚ ਜਿਹੜਾ ਕੁੰਡਾ ਪਿਆ ਸੀ ਉਹਦੇ ਵਿੱਚ ਪਾ ਦਿੱਤੀ ਸ਼ਰਾਬ। ਕੁੱਤਿਆਂ ਨੂੰ ਆਵਾਜ਼ ਮਾਰਦੇ ਨੇ, ਕੁੱਤੇ ਆਉਂਦੇ ਨੇ, ਉਹਨਾਂ ਨੂੰ ਦੁੱਧ ਦੀ ਰੱਸੀ ਪਾਇਆ ਹੋਏਗਾ। ਜਦੋਂ ਵੇਖਦੇ ਨੇ ਕਿ ਇਹਦੇ ਵਿੱਚ ਤਾਂ ਸ਼ਰਾਬ ਹੈ, ਉਹਨੂੰ ਸੁਣ ਕੇ ਤਾਂ ਮਹਾਂਪੁਰਸ਼ ਕਹਿਣ ਲੱਗੇ ਨੇ ਵੀ ਤੂੰ ਦੱਸ, ਕੁੱਤਿਆਂ ਨੇ ਨਹੀਂ ਕੀਤੀ, ਤੂੰ ਪੀ ਫਿਰਦਾ ਦੱਸ। ਉਹ ਵੀ ਮਨ ਚ ਇਹ ਸੋਚਦਾ ਵੀ ਮੇਰੇ ਨਾਲ ਕੁੱਤੇ ਚੰਗੇ ਨੇ, ਮੇਰਾ ਜੀਵਨ ਜਿਹੜਾ ਕੁੱਤਿਆਂ ਨੂੰ ਵੀ ਗਿੱਠਾ। ਤੇ ਇਸ ਲਈ ਸਾਨੂੰ ਜੇ ਨਸ਼ਾ ਵੀ ਕਰਨਾ ਤਾਂ ਅਸੀਂ ਉੱਚੇ ਖਿਆਲਾਂ ਦਾ ਕਰੀਏ, ਆਪਣੀ ਚੰਗੀ ਸਿਹਤ ਦਾ ਕਰੀਏ, ਉੱਚੀ ਵਿੱਦਿਆ ਦਾ ਕਰੀਏ, ਬੁਰਾਈਆਂ ਨੂੰ ਜਿਹੜੀਆਂ ਨੇ ਉਹ ਖਤਮ ਕਰੀਏ। ਜੇ ਨਸ਼ਾ ਹੀ ਕਰਨਾ ਤਾਂ ਇੱਦਾਂ ਦੇ ਨਸ਼ੇ ਕਰੀਏ ਜਿਸ ਨਾਲ ਸਾਡੀ ਜ਼ਿੰਦਗੀ ਸੌਖੀ ਲੰਘ ਜਾਏ। ਇਤਿਹਾਸ ਪੜ੍ਹਨ ਦਾ ਨਸ਼ਾ ਕਰੀਏ, ਗੁਰਬਾਣੀ ਪੜ੍ਹਨ ਦਾ ਨਸ਼ਾ ਕਰੀਏ। ਇਹ ਬੇਨਤੀਆਂ ਨੇ, ਕਿਉਂਕਿ ਜੇ ਅਸੀਂ ਸਮਾਜ ਸੁਧਾਰਨਾ ਹੈ ਤਾਂ ਅਸੀਂ ਚੰਗੀ ਚੀਜ਼ ਦਾ ਨਸ਼ਾ ਕਰੀਏ। ਸਾਡਾ ਸਮਾਜ ਜਿਹੜਾ ਨਸ਼ਿਆਂ ਦੀ ਜਿਹੜੀ ਚੱਲ ਰਹੀ ਲਹਿਰ ਆ ਉਹਦੇ ਵਿੱਚ ਖਤਮ ਹੁੰਦਾ ਜਾ ਰਿਹਾ। ਇਹ ਚੱਲ ਰਹੇ ਦਰਿਆ ਨੇ ਨਸ਼ਿਆਂ ਦੀ ਤਰ੍ਹਾਂ ਖਤਮ ਹੁੰਦੇ ਜਾ ਰਹੇ ਨੇ ਸਾਡੇ ਨੌਜਵਾਨ। ਸੋ ਬੇਨਤੀ ਹੈ ਕਿ ਅਸੀਂ ਨਸ਼ਾ ਕਰਨਾ ਤਾਂ ਮਾਪਿਆਂ ਦੀ ਸੇਵਾ ਕਰੀਏ, ਗੁਰੂ ਦੀ ਸੇਵਾ ਕਰੀਏ, ਅਸੀਂ ਸਮਾਜ ਦੀ ਸੇਵਾ ਕਰੀਏ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇਤਿਹਾਸ ਦੀ ਵਿਚਾਰ ਕਰਦੇ, ਗੁਰਬਾਣੀ ਦੀ ਵਿਚਾਰ ਕਰਦੇ, ਇਤਨੀ ਬੇਅੰਤ ਗਲਤੀ ਹੋ ਜਾਂਦੀਆਂ। ਸਾਰੀ ਸੰਗਤ ਬਖਸ਼ਣਯੋਗ ਹੈ ਜੀ। ਮੈਂ ਸੰਗਤਾਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਸਿੱਖਣ ਦੇ ਲਈ ਬਹੁਤ ਕੁਛ ਦੇ ਦਿੱਤਾ। ਇਹ ਸਿੱਖ ਰਹੇ ਹਾਂ ਸੋ ਮੈਂ ਤਹਿ ਦਿਲੋਂ ਧੰਨਵਾਦ ਹਾਂ ਸਾਰਿਆਂ ਦਾ ਜੀ। ਸਰਦਾਰ ਜਸਵਿੰਦਰ ਸਿੰਘ ਜੀ ਦਾ, ਭੈਣ ਜਸਪ੍ਰੀਤ ਕੌਰ ਜੀ ਦਾ, ਸਤਿਗੁਰੂ ਜੀ ਚੜ੍ਹਦੀ ਕਲਾ ਰੱਖੀ। ਇਸੇ ਤਰ੍ਹਾਂ ਸਾਰਿਆਂ ਨੂੰ ਵੀ ਆਓ ਜੀ ਫਤਿਹ ਦੀ ਸਾਂਝ ਪਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਉਦਾਹਰਨਾਂ ਦੇ ਕੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਵਿੱਚੋਂ ਸਮਝਾਉਣਾ ਕੀਤਾ। ਸੋ ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣਾ ਜੀਵਨ ਦੇ ਵਿੱਚ ਚੱਲ ਕੇ ਦਿਖਾਇਆ, ਤੇ ਉਸੇ ਤਰ੍ਹਾਂ ਗੁਰਸਿੱਖ ਵੀ ਐਸੇ ਹੋਏ ਨੇ, ਏਡੇ ਵੱਡੇ ਜਿਗਰੇ ਵਾਲੇ ਹੋਏ ਨੇ ਕਿ ਕਿਸੇ ਦੇ ਔਗਣਾ ਨੂੰ ਦੇਖ ਕੇ ਅਣਡਿੱਠ ਕੀਤਾ। ਤੇ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਮੈਨੂੰ ਕਹਾਣੀ ਸਟੋਰੀ ਸਾਖੀ ਯਾਦ ਆ ਗਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਹੋਇਆ ਇੱਕ ਭਾਈ ਮੂਲਾ ਕੀੜ, ਇੱਕ ਭਾਈ ਮੂਲਾ ਖੱਤਰੀ ਹੋਇਆ ਜਿਸ ਨੇ ਜਿਉਣਾ ਸੱਚ ਤੇ ਮਰਨਾ ਝੂਠ ਲਿਖ ਕੇ ਦਿੱਤਾ ਸੀ। ਇੱਕ ਮੂਲਾ ਕੀੜ ਹੋਇਆ ਜਿਸ ਦੇ ਘਰ ਦੇ ਵਿੱਚ ਇੱਕ ਗੁਰਸਿੱਖ ਬਣ ਕੇ ਆਇਆ ਸੀ, ਪਰ ਠੱਗ ਸੀ। ਉਸਨੇ ਆ ਕੇ ਕਹਿਣਾ ਕੀਤਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ ਤੇ ਮੈਂ ਰਾਤ ਕੱਟਣੀ ਹੈ। ਤੇ ਰਾਤ ਕੱਟਣੀ ਹੈ ਜਦੋਂ ਇਸ ਤਰ੍ਹਾਂ ਕਿਹਾ, ਤੇ ਉਹ ਗੁਰਸਿੱਖ ਨੇ ਕਿਹਾ ਵੀ ਕੋਈ ਗੱਲ ਨਹੀਂ, ਮੈਂ ਤੇ ਗੁਰੂ ਦੇ ਪਿਆਰਿਆਂ ਦੀ ਸੇਵਾ ਚਾਹੁੰਦਾ ਹਾਂ, ਮੈਨੂੰ ਤੇ ਚਲੋ ਮੈਂ ਸੇਵਾ ਕਰਾਂਗਾ ਤੁਹਾਡੀ, ਆਓ ਸਾਡੇ ਘਰ ਰਾਤ ਰਹੋ। ਜਦੋਂ ਰਾਤ ਰਹੇ, ਵਧੀਆ ਸੇਵਾ ਕੀਤੀ, ਉਹਨਾਂ ਦੀ ਸੇਵਾ ਕੀਤੀ। ਤੇ ਜਾਂਦੇ ਹੋਏ ਉਹਨੇ ਜਦੋਂ ਉਸ ਅੰਦਰੋਂ ਤੇ ਠੱਗ ਸੀ ਉਹ, ਪਰ ਉਹਨੇ ਕਹਿਤਾ ਮੈਂ ਗੁਰੂ ਦਾ ਸਿੱਖ ਹਾਂ। ਇਸ ਕਰਕੇ ਗੁਰੂ ਦਾ ਸਿੱਖ ਸਮਝਦੇ ਹੋਏ ਉਹ ਗੁਰਸਿੱਖ ਨੇ ਸੇਵਾ ਭਾਵਨਾ ਦੇ ਨਾਲ ਉਸ ਤੋਂ ਲੰਗਰ ਪਾਣੀ ਦਾ ਪ੍ਰਸ਼ਾਦਾ ਪਾਣੀ ਛਕਾਇਆ, ਵਧੀਆ ਸੋਹਣਾ ਬਿਸਤਰਾ ਦਿੱਤਾ। ਤੇ ਜਦੋਂ ਉਸਨੇ ਦੇਖਿਆ ਕਿ ਉਸਦੇ ਘਰ ਵਾਲੀ ਨੇ ਆਪਣੇ ਗਹਿਣੇ ਵਗੈਰਾ ਇੱਕ ਡੱਬੇ ਦੇ ਵਿੱਚ ਰੱਖੇ, ਤੇ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਰੱਖੇ ਆ, ਤੇ ਉਸਨੇ ਅੱਧੀ ਰਾਤ ਨੂੰ ਉਹ ਗਹਿਣਿਆਂ ਵਾਲਾ ਡੱਬਾ ਚੁੱਕਿਆ ਤੇ ਚੱਲ ਪਿਆ। ਜਦੋਂ ਚੱਲ ਪਿਆ ਅੱਗੇ ਗਿਆ ਤੇ ਦਰਵਾਜ਼ਾ ਬੰਦ। ਜਦੋਂ ਦਰਵਾਜ਼ਾ ਨੂੰ ਲੋਕ ਲੱਗਿਆ ਹੋਇਆ ਤਾਂ ਉਹ ਗੁਰਸਿੱਖ ਜਿਹੜਾ ਪਰਿਵਾਰ ਦਾ ਮਾਲਕ ਸੀ ਘਰ ਦਾ, ਉਹ ਉੱਠ ਖੜਿਆ ਤੇ ਉਸਨੇ ਦੇਖਿਆ ਕਿ ਉਹ ਗੁਰਸਿੱਖ ਜਾ ਰਿਹਾ ਹੈਗਾ। ਤੇ ਉਹ ਛੇਤੀ ਦੇਣੇ ਕੋਲ ਆਇਆ ਤੇ ਦਰਵਾਜ਼ਾ ਖੋਲਣ ਲਈ ਚਾਬੀ ਲੈ ਕੇ ਆਇਆ ਕਿ ਮੈਂ ਲੌਕ ਖੋਲ ਦਿੰਦਾ, ਪਰ ਨਾਲ ਪੁੱਛਣਾ ਕੀਤਾ ਕਿ ਤੁਸੀਂ ਇੰਨੀ ਜਲਦੀ ਜਾ ਕਿਉਂ ਰਹੇ ਆ।
ਤਾਂ ਉਸਨੇ ਠੱਗ ਨੇ ਕਿਹਾ ਕਿ ਮੈਨੂੰ ਹਾਜਤ ਹੋਈ ਹੈ, ਮੈਂ ਬਾਹਰ ਜਾਣਾ ਚਾਹੁੰਦਾ, ਮੇਰੇ ਢਿੱਡ ਪੀੜ ਹੋ ਰਹੀ ਹੈ ਤੇ ਮੈਂ ਬਾਹਰ ਜਾਣਾ ਚਾਹੁੰਦਾ। ਤਾਂ ਗੁਰਸਿੱਖ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਇੰਨੀ ਹਨੇਰੇ ਕਿੱਥੇ ਜਾਓਗੇ, ਤੁਸੀਂ ਘਰ ਦੇ ਵਿੱਚ ਹੀ ਕਰ ਲਓ, ਮੈਨੂੰ ਇਹ ਸ਼ਰਮ ਨਹੀਂ ਆਊਗੀ, ਮੈਂ ਤਾਂ ਸੇਵਾ ਚਾਹੁੰਦਾ, ਕੋਈ ਗੱਲ ਨਹੀਂ, ਮੈਂ ਤੁਹਾਡਾ ਮਲ ਵੀ ਹੱਥਾਂ ਦੇ ਨਾਲ ਚੁੱਕ ਕੇ ਸੁੱਟ ਦੇਵਾਂਗਾ। ਪਰ ਜਦੋਂ ਉਹਨੇ ਕਿਹਾ ਨਹੀਂ, ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ, ਮੈਂ ਜਾਣਾ ਹੈ ਬਾਹਰ, ਤੇ ਨਾਲ ਉਹ ਘਬਰਾ ਗਿਆ, ਕਿਉਂਕਿ ਉਹ ਸੱਚਾ ਸਿੱਖ ਨਹੀਂ ਸੀ, ਉਹ ਤਾਂ ਠੱਗ ਸੀ, ਕਹਿ ਕੇ ਆਇਆ ਸੀ, ਉੱਪਰੋਂ ਕਿਹਾ ਸੀ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ। ਤਾਂ ਉਹ ਘਬਰਾਹਟ ਦੇ ਵਿੱਚ ਆਇਆ ਤੇ ਜਿਹੜਾ ਉਹਨੇ ਡੱਬਾ ਚੁੱਕਿਆ ਹੋਇਆ ਸੀ ਨਾ ਗਹਿਣਿਆਂ ਵਾਲਾ, ਤੇ ਉਹ ਥੱਲੇ ਡਿੱਗ ਪਿਆ। ਤੇ ਗੁਰਸਿੱਖ ਭਾਈ ਮੂਲਾ ਜੀ ਨੇ ਉਹ ਡੱਬਾ ਚੁੱਕ ਕੇ, ਜੋ ਡਿੱਗ ਪਿਆ ਨਾ, ਚੁੱਕਿਆ ਤੇ ਚੁੱਕ ਕੇ ਉਹਨੂੰ ਪਛਾਣ ਆ ਗਈ, ਇਹ ਤਾਂ ਮੇਰੇ ਘਰ ਵਾਲੀ ਦੇ ਗਹਿਣਿਆਂ ਵਾਲਾ ਡੱਬਾ ਹੈ। ਪਰ ਉਸਨੇ ਕੁਝ ਨਹੀਂ ਕਿਹਾ ਤੇ ਉਸਨੇ ਉਹ ਡੱਬਾ ਚੱਕ ਕੇ ਉਸਨੂੰ ਫੜਾਇਆ ਕਿ ਲੈ ਗੁਰਸਿੱਖਾ, ਤੇਰੀ ਅਮਾਨਤ ਡਿੱਗ ਪਈ ਸੀ, ਚੱਕ ਕੇ ਉਸਨੂੰ ਫੜਾ ਦਿੱਤਾ ਤੇ ਵਿਦਾ ਕਰ ਦਿੱਤਾ। ਤੇ ਜਦੋਂ ਸਵੇਰੋਂ ਉੱਠੇ ਤੇ ਘਰ ਵਾਲੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ, ਕਹਿੰਦੀ ਵੀ ਮੇਰੇ ਗਹਿਣੇ ਕਿੱਧਰ ਚਲੇ ਗਏ, ਤੇ ਉਹ ਭਾਈ ਕਿੱਧਰ ਗਿਆ ਜਿਹੜਾ ਸਿੱਖ ਆਇਆ ਸੀ ਆਪਣੇ ਘਰ। ਤੇ ਭਾਈ ਮੂਲਾ ਜੀ ਨੇ ਕਹਿੰਦੇ ਆਪਣੀ ਘਰ ਵਾਲੀ ਨੂੰ ਸਮਝਾਉਣ ਲੱਗੀ, ਕਹਿੰਦੇ ਭਾਗਵਾਨ ਨੇ ਰੌਲਾ ਨਾ ਪਾ, ਚੁੱਪ ਕਰ ਜਾ। ਕਿਉਂ? ਕਹਿੰਦੇ ਕਿਉਂਕਿ ਉਹ ਤੇ ਗੁਰੂ ਦਾ ਸਿੱਖ ਸੀ, ਗੁਰੂ ਦੇ ਸਿੱਖ ਥੋੜਾ ਇਸ ਤਰ੍ਹਾਂ ਦੇ ਹੁੰਦੇ ਆ, ਉਹ ਗੁਰੂ ਦਾ ਸਿੱਖ ਤੇ ਬਦਨਾਮੀ ਦਾ ਮਾਰਾ ਪਹਿਲਾਂ ਹੀ ਚਲਾ ਗਿਆ ਉੱਠ ਕੇ, ਰਾਤ ਚੋਰ ਆਏ ਸੀ, ਉਹ ਤੇਰੇ ਗਹਿਣੇ ਉਠਾ ਕੇ ਲੈ ਗਏ। ਉਹ ਇੰਨਾ ਪੜਦਾ ਕੱਜਿਆ ਕਿ ਉਹ ਗੁਰੂ ਨਾਨਕ ਦਾ ਸਿੱਖ ਉਸਨੇ ਕਿਹਾ ਸੀ ਤੇ ਉਸਨੂੰ ਜਣਾਇਆ ਨਹੀਂ। ਇੰਨਾ ਵੱਡਾ ਦਿਲ ਚਾਹੀਦਾ, ਜਿਗਰਾ ਚਾਹੀਦਾ ਕਿ ਉਹ ਸਭ ਕੁਝ ਆਪਣੇ ਅੱਖੀਂ ਦੇਖ ਕੇ ਵੀ ਕਿਹਾ ਕਿ ਅੱਗੇ ਤੋਂ ਕਿਸੇ ਨੇ ਗੁਰੂ ਦੇ ਸਿੱਖ ਤੇ ਵਿਸ਼ਵਾਸ ਨਹੀਂ ਕਰਨਾਗਾ, ਵੀ ਗੁਰੂ ਦੇ ਸਿੱਖ ਏਦਾਂ ਦੇ ਹੁੰਦੇ ਆ। ਭਾਵੇਂ ਕਿਸੇ ਠੱਗ ਨੇ ਆ ਕੇ ਕਹਿ ਦਿੱਤਾ ਵੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਤਾਂ ਫਿਰ ਵੀ ਉਸਨੇ ਉਸਦੇ ਔਗਣਾਂ ਨੂੰ ਢਕਿਆ, ਪੜਦਾ ਪਾਇਆ, ਕੱਜਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਹ ਭਾਈ ਮੂਲਾ ਕੀੜ ਨੂੰ ਸ਼ਾਬਾਸ਼ ਦਿੱਤੀ, ਬੁੱਕਲ ਦੇ ਵਿੱਚ ਲਿਆ ਕੇ ਤੁਸੀਂ ਤੁਹਾਡਾ ਏਡਾ ਵੱਡਾ ਜਿਗਰਾ ਕਿ ਤੁਸੀਂ ਕਿਸੇ ਦੇ ਪੜਦੇ ਕੱਜੇ ਆ, ਗੁਰੂ ਜੀ ਤੁਹਾਡੇ ਪੜਦੇ ਵੀ ਕੱਜੇਗਾ। ਸੋ ਇਹ ਗੁਰਸਿੱਖਾਂ ਦਾ ਇਤਿਹਾਸ, ਗੁਰੂ ਸਾਹਿਬਾਨਾਂ ਦਾ ਇਤਿਹਾਸ ਕਿ ਸਾਨੂੰ ਵੱਡਾ ਜਿਗਰਾ ਕਰਨਾ ਚਾਹੀਦਾ ਹੈ। ਜਿਵੇਂ ਆਪਣੇ ਭਾਈ ਜਸਵਿੰਦਰ ਸਿੰਘ ਜੀ ਇੰਗਲੈਂਡ ਵਾਲੇ ਜੋ ਮੁੱਖ ਸੇਵਾਦਾਰ ਨੇ, ਉਹ ਵੀ ਆਪਾਂ ਨੂੰ ਕਿਸ ਤਰ੍ਹਾਂ ਕਿੰਨੀਆਂ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਹੁੰਦੇ ਆ ਕਿ ਕਿਸੇ ਨੇ ਧੋਖਾ ਵੀ ਕੀਤਾ ਤੇ ਤਾਂ ਵੀ ਕਹਿ ਦਿੱਤਾ ਕੋਈ ਗੱਲ ਨਹੀਂ, ਬਾਬਾ ਨਾਨਕ ਜੀ ਨੇ ਕਰਵਾਇਆ ਹੈਗਾ, ਮੈਂ ਕਿਹੜੇ ਆਪਣੇ ਕੋਲੋਂ ਕੀਤਾ, ਬਾਬਾ ਨਾਨਕ ਜੀ ਨੇ ਕਰਵਾਇਆ ਹੈਗਾ। ਇਹ ਵੀ ਦਿਲ ਚਾਹੀਦਾ ਕਿ ਕਿਸੇ ਨੂੰ ਮਾਫ ਕਰਨਾ, ਕਿਸੇ ਦੇ ਔਗਣਾਂ ਨੂੰ ਦੇਖ ਕੇ ਅਣਡਿੱਠ ਕਰਨਾ, ਇਹ ਦਿਲ ਚਾਹੀਦਾ ਹੈ ਆਪਣਾ। ਹੁਣ ਆਪਾਂ ਇੱਕ ਸਮਾਂ ਹੋ ਗਿਆ ਜੀ, ਇੱਕ ਹੈਂਡ ਰੇਜ਼ ਲਵਾਂਗੇ ਆਪਾਂ ਅੱਜ। ਅਵਨੀਤ ਕੌਰ ਜੀ, ਅਵਨੀਤ ਕੌਰ ਜੀ ਹੈਗੇ ਨੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਬੀਬੀਆਂ ਤੇ ਬੋਲਣਾ ਚਾਹੁੰਦੀ ਹਾਂ। ਸਿੱਖ ਬੀਬੀਆਂ ਨੇ ਇਹ ਸਾਬਿਤ ਕਰਕੇ ਦਿਖਾਇਆ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਦੇ ਦਿੱਤੇ ਬਰਾਬਰੀ ਦੇ ਸਿਧਾਂਤ ਤੇ ਚੱਲਦਿਆਂ ਅੰਮ੍ਰਿਤ ਦੀ ਦਾਤ ਦੇ ਕੇ ਕੌਰ ਦਾ ਖਿਤਾਬ ਬਖਸ਼ਿਆ, ਤਾਂ ਉਹਨਾਂ ਨੇ ਵੀ ਗੁਰੂ ਅੰਮ੍ਰਿਤ ਦੀ ਸ਼ਕਤੀ ਦਾ ਲੋੜ ਪੈਣ ਤੇ ਪੂਰੀ ਤਰ੍ਹਾਂ ਪ੍ਰਗਟਾਵਾ ਕੀਤਾ। ਇਹਨਾਂ ਬੀਬੀਆਂ ਦਾ ਨਾਂ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਰਸਾਵਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੇਟੀ ਅਵਨੀਤ ਕੌਰ ਜੀ ਦਾ। ਹਾਂਜੀ, ਅੱਗੇ 10481 ਜੀ, ਇੱਕ ਦੋ ਹੈਂਡ ਰੇਜ਼ ਲੈ ਸਕਾਂਗੇ ਜੀ, ਟਾਈਮ ਬਹੁਤ ਹੋ ਗਿਆ। 10481। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅੱਜ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਆਪਣੇ ਔਰਗਨ ਦੇਖਣ ਤੋਂ ਪਹਿਲਾਂ ਦੂਸਰੇ ਦੀ ਗਲਤੀਆਂ ਜ਼ਰੂਰ ਦੇਖਦੇ ਹਾਂ। ਅਸੀਂ ਜੇ ਆਪਣੇ ਆਪ ਦੇ ਵਿੱਚ ਦੇਖੀਏ, ਅਸੀਂ ਆਪ ਵੀ ਬਹੁਤ ਔਗਣਹਾਰ ਹੁੰਦੇ ਹਾਂ। ਜਿਵੇਂ ਬਾਬਾ ਫਰੀਦ ਜੀ ਵੀ ਕਹਿੰਦੇ ਹਨ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਅਸੀਂ ਆਪਣੇ ਗਿਰੀਬਾਨ ਵਿੱਚ ਝਾਤੀ ਮਾਰੀਏ ਤਾਂ ਸਾਡੇ ਵਿੱਚ ਲੱਖਾਂ ਔਗਣ ਹੁੰਦੇ ਹਨ, ਪਰ ਅਸੀਂ ਆਪਣੇ ਤੋਂ ਪਹਿਲਾਂ ਦੂਜਿਆਂ ਦੀਆਂ ਗਲਤੀਆਂ ਨੂੰ ਮਹਾਨਤਾ ਦਿੰਦੇ ਹਾਂ ਤੇ ਹਮੇਸ਼ਾ ਉਹਨਾਂ ਦੀਆਂ ਗਲਤੀਆਂ ਹੀ ਦੇਖਦੇ ਹਾਂ, ਕਦੇ ਕਿਸੇ ਦੇ ਗੁਣ ਨਹੀਂ ਦੇਖਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੇਟੀ ਦਾ। ਅਸੀਂ ਆਪਣੇ ਔਗਣਾਂ ਵੱਲ ਵੀ ਝਾਤੀ ਮਾਰੀਏ। 11177 ਜੀ, 11177 ਰੁਪਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਪਹਿਲਾਂ ਭੈਣ ਜੀ ਦਾ ਤੇ ਅੰਕਲ ਜੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਇੰਨੀ ਵਧੀਆ ਸਿੱਖਿਆ ਦਿੱਤੀ ਹੈ। ਮੈਂ ਦੀਦੀ ਦੇ ਟੌਪਿਕ ਤੇ ਥੋੜਾ ਬੋਲਣਾ ਚਾਹਾਂਗੀ ਕਿ ਜੋ ਸਿੱਖ ਕੌਮ ਦੀਆਂ ਬੀਬੀਆਂ ਬਾਰੇ ਉਹਨਾਂ ਨੇ ਦੱਸਿਆ ਸੀ। ਸਿੱਖ ਕੌਮ ਦੀ ਮਾਤਾਵਾਂ ਵਿੱਚ ਮਾਤਾ ਗੁਜਰੀ ਜੀ ਦਾ ਵੀ ਬਹੁਤ ਅਹਿਮ ਸਥਾਨ ਆ। ਉਹਨਾਂ ਨੇ ਆਪਣੇ ਸਿੱਖ ਕੌਮ ਦਾ ਆਪਣੇ ਪਿਤਾ ਪੁੱਤਰ ਦੀ ਤੇ ਆਪਣੇ ਪਤੀ ਦੀ ਕੁਰਬਾਨੀ ਲਈ ਜੋ ਉਹਨਾਂ ਨੇ ਸਿੱਖ ਧਰਮ ਨੂੰ ਬਚਾਉਣ ਲਈ ਕੁਛ ਨਹੀਂ ਕੀਤਾ। ਪਰ ਅੱਜ ਦੀ ਕੌਮ ਕੀ ਕਰ ਰਹੀ ਹੈ ਕਿ ਫੈਸ਼ਨ ਵਿੱਚ ਰੁੱਝ ਰਹੀ ਹੈ, ਜੋ ਸਿੱਖ ਕੌਮ ਨੂੰ ਭੁੱਲ ਰਹੀ ਹੈ, ਕਿਸ ਕਦਰ ਵਾ ਰਹੀ ਹੈ। ਜੋ ਕਿਸੇ ਸਾਡੇ ਲਈ ਮੋਹ ਦਾ ਸਿੱਖੀ ਦੀ ਮੋਹ ਦਾ ਉਹ ਤੋ ਉਸਨੂੰ ਵੀ ਕਰਵਾ ਦੇ ਉਹਦੀ ਹਣੀਆਂ ਕੋਲ ਤਾਂ ਆਪਣਾ ਇਸ ਦੁਨੀਆ ਤੇ ਆਏ ਦਾ ਕੋਈ ਵੀ ਫਾਇਦਾ ਨਹੀਂ ਹੈ। ਭਾਵ ਸਾਡੇ ਕੋਈ ਰੂਲ ਹੀ ਨਹੀਂ ਹੈ ਕਿ ਜ਼ਿੰਦਗੀ ਵਿੱਚ ਕੀ ਕਰਨਾ ਹੀ ਨਹੀਂ। ਜੇਕਰ ਆਪਾਂ ਜ਼ਿੰਦਗੀ 'ਚ ਆਏ ਹਾਂ ਤਾਂ ਆਪ ਨੂੰ ਸਫਲ ਬਣਾਉਣਾ ਚਾਹੀਦਾ, ਅਸੀਂ ਉਸਨੂੰ ਵਿਅਰਥ ਗਵਾ ਰਹੇ ਹਾਂ। ਬਸ ਇੰਨੀ ਕਹਿਣਾ ਚਾਹੁੰਦੀ ਹਾਂ ਕਿ ਸਿੱਖੀ ਵੱਲ ਚੱਲੋ। ਭਾਵ ਇਹ ਨਹੀਂ ਕਿ ਸਿੱਖੀ ਵੱਲ ਜਾਣਾ ਪੜ੍ਹਾਈ ਛੱਡੋ, ਪਾਠ ਵੀ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ। ਸਮੇਂ ਸਮੇਂ ਤੇ ਵੱਲ ਉੱਠੋ, ਨਿਤਨੇਮ ਪੜ੍ਹੋ, ਨਾਲ ਨਾਲ ਸਕੂਲ ਦਾ ਕੰਮ ਵੀ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ। 1402 ਜੀ, EPP ਨੰਬਰ 1402। ਬਹੁਤ ਵਾਹਿਗੁਰੂ ਧੰਨਵਾਦ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਸਾਨੂੰ ਭੈਣ ਨੇ ਬਹੁਤ ਵਧੀਆ ਸਿੱਖ ਬੀਬੀਆਂ ਬਾਰੇ ਦੱਸਿਆ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਭੈਣਾਂ ਪੈਰਾਂ ਵਿੱਚ ਝਾਂਜਰਾਂ, ਬਾਹਾਂ ਵਿੱਚ ਚੂੜੀਆਂ, ਕੰਨਾਂ ਵਿੱਚ ਕਾਂਟੇ, ਨੱਕ ਵਿੱਚ ਕੋਕਾ ਪਾ ਲੈਂਦੀਆਂ ਹਨ। ਪਰ ਇਹ ਸਾਰੇ ਗੁਲਾਮੀ ਦੇ ਨਿਸ਼ਾਨ ਹਨ। ਸਾਨੂੰ ਗੁਰੂ ਸਾਹਿਬ ਜੀ ਨੇ ਪੂਰੇ ਹੱਕ ਦਿੱਤੇ ਆ। ਸਾਨੂੰ ਗੁਰੂ ਸਾਹਿਬ ਨੇ ਇੰਡੀਪੈਂਡੈਂਟ ਕੀਤਾ ਹੈ ਤੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਪਾ ਕੇ ਗੁਰੂ ਸਾਹਿਬ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ। ਸਾਨੂੰ ਸਿੱਖੀ ਰਾਤ ਬਸ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੇਟੀ ਨੇ ਬਹੁਤ ਵਧੀਆ ਦੱਸਿਆ ਕਿ ਜਿਵੇਂ ਆਪਾਂ ਸਿੱਖ ਬੀਬੀਆਂ ਦਾ ਇਤਿਹਾਸ ਤੋਂ ਜਾਣੂ ਹੋਏ ਆ ਤੇ ਸਾਨੂੰ ਕੀ ਕਰਨਾ ਚਾਹੀਦਾ। ਅੱਗੇ ਦਾ ਭਾਵ ਸਾਨੂੰ ਕੱਚ ਪਿੱਲ ਤੋਂ ਉੱਪਰ ਉੱਠ ਕੇ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਨੇ ਵੀ ਪਾਰਟਿਸਿਪੇਟ ਕੀਤਾ, ਜਿਨ੍ਹਾਂ ਨੇ ਸੈਸ਼ਨ ਲਏ, ਉਹਨਾਂ ਦਾ ਵੀ ਬਹੁਤ ਬਹੁਤ ਦੁਬਾਰਾ ਤੋਂ ਫਿਰ ਧੰਨਵਾਦ। ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਦਾ ਧੰਨਵਾਦ ਜੀ। ਤੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਜਿਨ੍ਹਾਂ ਨੇ ਜਾਪ ਦੀ ਸੇਵਾ ਲੈਣੀ ਆ, ਕੀਰਤਨ ਦੀ ਸੇਵਾ ਲੈਣੀ ਆ ਜਾਂ ਹੋਰ ਕੋਈ ਗੱਲਬਾਤ ਪੁੱਛਣੀ ਆ ਤਾਂ ਉਹ ਆਪਣੇ ਸਕਰੀਨ ਸ਼ੇਅਰ ਕਰ ਦੇਣ ਜੀ, ਜਿਨ੍ਹਾਂ ਤੇ ਫੋਨ ਨੰਬਰ ਲਿਖਿਆ ਹੋਇਆ। ਸਾਰੇ ਬੱਚੇ ਆਪਣੇ ਫੋਨ ਨੰਬਰ ਹੈ ਜਿਹੜੇ ਨੋਟ ਕਰ ਲਓ ਜੀ। ਜਾਪ ਦੀ ਸੇਵਾ, ਕੀਰਤਨ ਦੀ ਸੇਵਾ, ਫੀਡਬੈਕ ਜੋ ਵੀ ਤੁਸੀਂ ਭੇਜਣਾ ਚਾਹੁੰਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਇਹ ਨੰਬਰ ਜ਼ਰੂਰ ਨੋਟ ਕਰੋ ਜੀ। ਸੋ ਇੱਥੇ ਆਪਣੇ ਸਮੇਂ ਦੀ ਸਮਾਪਤੀ ਹੈ ਜੀ। ਕੱਲ ਨੂੰ ਫਿਰ 4 ਵਜੇ ਮਿਲਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।